ਨੌਰਥ ਮਾਰਕਿੰਗ ਟਰੱਕਿੰਗ ਸ਼ੋਅ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਫਲੰਦਰ ਸਿੰਘ ਵਿਰਮਾਨੀ। ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਕੋਸ਼ਿਸ਼ ਹੁੰਦੀ ਹੈ ਕਿ ਜੇਕਰ ਤੁਸੀਂ ਟਰੱਕਿੰਗ ਦੇ ਖੇਤਰ ਵਿੱਚ ਨਾਮਣਾ ਖੱਟਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਟਰੱਕ ਕਾਰੋਬਾਰ ਨਾਲ ਜੁੜੇ ਹੋਏ ਹੋ ਅਤੇ ਫਿਰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਕਿਸ ਤਰ੍ਹਾਂ ਤੁਸੀਂ ਉਹਨਾਂ ਮੁਸ਼ਕਲਾਂ ਤੋਂ ਬਾਹਰ ਆ ਸਕਦੇ ਹੋ, ਕੀ ਚੰਗੇ ਉਪਾਅ ਹੋ ਸਕਦੇ ਨੇ, ਇਹਨਾਂ ਸਭ ਗੱਲਾਂ ਦਾ ਜ਼ਿਕਰ ਹੁੰਦਾ ਹੈ ਇਸ ਪ੍ਰੋਗਰਾਮ ਨੌਰਥ ਮਾਰਕਿੰਗ ਟਰੱਕਿੰਗ ਸ਼ੋਅ ਵਿੱਚ। ਕਿਉਂਕਿ ਅਮਰੀਕਾ ਕੈਨੇਡਾ ਵਿੱਚ ਸਭ ਤੋਂ ਜ਼ਿਆਦਾ ਜੇਕਰ ਕਿਸੇ ਖਿੱਤੇ ਵਿੱਚ ਪੈਸਾ ਮੌਜੂਦ ਹੈ ਤਾਂ ਉਹ ਹੈ ਟਰੱਕ ਇੰਡਸਟਰੀ। ਪਰ ਜਿਵੇਂ ਮੈਂ ਹਮੇਸ਼ਾ ਕਹਿੰਦਾ ਕਿ ਬਿਨਾਂ ਮਿਹਨਤ ਅਤੇ ਕੁਝ ਵੀ ਨਸੀਬ ਨਹੀਂ ਹੋ ਸਕਦਾ। ਸੋ ਟਰੱਕਿੰਗ ਇੰਡਸਟਰੀ ਵਿੱਚ ਜੇਕਰ ਤੁਸੀਂ ਆਪਣਾ ਭਵਿੱਖ ਵੇਖ ਰਹੇ ਹੋ, ਚੰਗੀ ਗੱਲ ਹੈ, ਪਰ ਨਾਲ ਹੀ ਤੁਹਾਨੂੰ ਕਈ ਖਾਸ ਗੱਲਾਂ ਦਾ ਧਿਆਨ ਵੀ ਜ਼ਰੂਰ ਰੱਖਣਾ ਹੋਵੇਗਾ। ਫਿਰ ਤਜਰਬੇਕਾਰ ਲੋਕਾਂ ਕੋਲੋਂ ਅਸੀਂ ਪੁੱਛਾਂਗੇ ਸਵਾਲਾਂ ਦੇ ਜਵਾਬ ਅਤੇ ਫਿਰ ਅੱਜ ਮੇਰੇ ਨਾਲ ਮੌਜੂਦ ਨੇ ਸਰਦਾਰ ਰਜਿੰਦਰ ਸਿੰਘ ਟਾਂਡਾ ਜੀ, ਜੋ ਕਿ ग्लोबल ट्रक परमिट से ओनर ने ट्रक परमिट सी लोड होवे ਜਾਂ ਫਿਰ ट्रक लाइसेंस प्लेट सी ਕੰਪਲਾਈਂਸ ਸਰਵਿਸਿਜ਼ ਵਿੱਚ ਪਿਛਲੇ 15 ਸਾਲਾਂ ਤੋਂ ਪੰਜਾਬੀ ਭਰਾਵਾਂ ਦੀ ਸੇਵਾ ਕਰ ਰਹੇ ਨੇ ਸਰਦਾਰ ਰਜਿੰਦਰ ਸਿੰਘ ਟਾਂਡਾ ਜੀ। ਟਾਂਡਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਨਾਰਥ ਅਮਰੀਕਨ ਟਰੱਕਿੰਗ ਸ਼ੋਅ ਵਿੱਚ। ਔਰ ਨਾਲ ਹੀ ਮੈਂ ਇੱਥੇ ਦੱਸ ਦਵਾਂ ਕਿ ਇਸ ਤੋਂ ਇਲਾਵਾ ਗੱਲ ਭਾਵੇਂ ਹੋਵੇ ਡੀਓਟੀ ਨੰਬਰ ਦੀ, ਐਮਸੀ ਨੰਬਰ ਦੀ, ਆਈਆਰਪੀ ਪਲੇਟ ਸੀ, ਨਿਊ ਮੈਕਸੀਕੋ ਪਰਮਿਟ ਸੀ, ਸੀਏ ਨੰਬਰ ਦੀ ਜਾਂ ਫਿਰ ਆਈਐਫਟੀਏ ਪਰਮਿਟ ਸੀ, ਹਰ ਮੁਸ਼ਕਿਲ ਦਾ ਹੱਲ सरदार रजिंदर सिंह टांडा कोल मौजूद है। सो बहुत बहुत स्वागत टांडा साहब इस प्रोग्राम विच। ਫਲਿੰਦਰ ਸਿੰਘ ਜੀ, ਤੁਹਾਡਾ ਔਰ ਤੁਹਾਡੇ ਸਾਰੇ ਦਰਸ਼ਕਾਂ ਦਾ, ਚੜ੍ਹਦੀ ਕਲਾ ਟਾਈਮ ਟੀਵੀ ਦੇ ਸਾਰੇ ਟੀਮ ਦਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਔਰ ਅੱਜ ਅਸੀਂ ਗੱਲ ਕਰਾਂਗੇ ਬਾਤ ਰਹੇ ਟਰੱਕ ਹਾਦਸਿਆਂ ਦੀ, ਕਿਉਂਕਿ ਬੀਤੇ ਦਿਨੇ ਹੀ ਅਮਰੀਕਾ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ ਅਸੀਂ ਆਪਣੇ ਪੰਜਾਬੀ ਭਰਾ ਗਵਾਏ ਨੇ। ਜੀ ਹਾਂ, ਇਹਨਾਂ ਟਰੱਕ ਹਾਦਸਿਆਂ ਦੇ ਕਾਰਨਾਂ ਦੀ ਵੀ ਗੱਲ ਕਰਾਂਗੇ, ਪੜਚੋਲ ਕਰਾਂਗੇ ਤੇ ਫਿਰ ਬਚਾਅ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਇਸ ਬਾਰੇ ਵੀ ਤੁਹਾਡੇ ਤੋਂ ਹੀ ਸਵਾਲ ਜਵਾਬ ਕਰਾਂਗੇ ਟਾਂਡਾ ਸਾਹਿਬ। ਪਰ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇਹ ਜ਼ਰੂਰ ਜਾਣਨਾ ਚਾਹਾਂਗਾ ਕਿ ਡਰਾਈਵਰ ਨੂੰ ਹਾਇਰ ਕਰਨ ਤੋਂ ਬਾਅਦ ਮਾਲਕ ਇਹ ਗੱਲ ਕਿਵੇਂ ਯਕੀਨੀ ਬਣਾ ਸਕਦਾ ਹੈ ਕਿ ਉਸਦਾ ਡਰਾਈਵਰ ਰੋਡ ਤੇ ਗਲਤੀ ਨਾ ਕਰੇ ਅਤੇ ਜੇਕਰ ਉਹ ਕਰ ਰਿਹਾ ਹੈ ਤਾਂ ਉਸਦਾ ਪਤਾ ਕਿਵੇਂ ਲੱਗੇ? ਬਿਲਕੁਲ ਭਲਿੰਦਰ ਸਿੰਘ ਜੀ, ਦੇਖੋ ਜਿਹੜੀ ਸਾਡੀ ਅਮਰੀਕਨ ਸਿਸਟਮ ਹੈਗਾ ਆ ਜਾਂ ਸਾਡਾ ਫੈਡਰਲ ਗਵਰਨਮੈਂਟ ਹੈਗੀ ਹੈ, ਉਹਦੇ ਵੱਲੋਂ ਔਰ ਸਟੇਟ ਵੱਲੋਂ ਬਹੁਤ ਸੋਹਣੇ ਪ੍ਰੋਗਰਾਮ, ਬਹੁਤ ਸੋਹਣੇ ਲਾਜ਼ ਜਿਹੜੇ ਆ ਉਹ ਇੰਪਲੀਮੈਂਟ ਕੀਤੇ ਜਾਂਦੇ ਆ ਇਸ ਚੀਜ਼ ਨੂੰ ਸਮੂਥਲੀ ਰਨ ਕਰਨ ਵਾਸਤੇ, ਸਾਰੀ ਟਰੱਕਿੰਗ ਇੰਡਸਟਰੀ ਤਾਂ ਕਿ ਬਹੁਤ ਵਧੀਆ ਤਰੀਕੇ ਨਾਲ ਚੱਲੇ। ਅਲੱਗ-ਅਲੱਗ ਤਰ੍ਹਾਂ ਦੇ ਲਾਜ਼ ਜਿਹੜੇ ਹੈਗੇ ਆ ਉਹ ਬਣਾਏ ਗਏ, ਪਰ ਅਨਫੋਰਚੂਨੇਟਲੀ ਅਸੀਂ ਉਹਨਾਂ ਲਾਜ਼ ਨੂੰ ਹਮੇਸ਼ਾ ਬਾਈਪਾਸ ਕਰਦੇ ਹਾਂ। ਜਦੋਂ ਅਸੀਂ ਲਾਜ਼ ਨੂੰ ਬਾਈਪਾਸ ਕਰਦੇ ਹਾਂ ਤਾਂ ਸਾਨੂੰ ਰੋਡਸ ਤੇ ਪ੍ਰੋਬਲਮ ਆਉਂਦੀਆਂ ਔਰ ਸਾਡੀ ਟਰੱਕਿੰਗ ਕੰਪਨੀ ਜਿਹੜੀ ਉਹਦੇ ਬੰਦ ਹੋਣ ਦੇ ਨੌਬਤ ਆ ਜਾਂਦੀ ਹੈ ਜੀ। ਜਿਹੜਾ ਤੁਸੀਂ ਸਵਾਲ ਕੀਤਾ ਕਿ ਡਰਾਈਵਰ ਹਾਇਰ ਕਰਨ ਤੋਂ ਬਾਅਦ ਇਹ ਗੱਲ ਕਿਵੇਂ ਯਕੀਨੀ ਬਣਾਈ ਜਾਵੇ ਕਿ ਡਰਾਈਵਰ ਜਿਹੜਾ ਆ ਉਹ ਰੋਡ ਦੇ ਉੱਤੇ ਕੋਈ ਗਲਤੀ ਨਹੀਂ ਕਰ ਰਿਹਾ, ਤਾਂ ਇਸ ਵਾਸਤੇ ਸਾਡੇ ਕੈਲੀਫੋਰਨੀਆ ਸਟੇਟ ਵੱਲੋਂ ਇੱਕ ਖਾਸ ਪ੍ਰੋਗਰਾਮ ਇਜਾਦ ਕੀਤਾ ਗਿਆ ਹੈ। ਬਾਕੀ ਫੈਡਰਲ ਵੱਲੋਂ 2 ਪ੍ਰੋਗਰਾਮ ਐਸੇ ਹਨ ਜਿਹੜੇ ਇਸ ਚੀਜ਼ ਨੂੰ ਵਾਚ ਕਰਦੇ ਹਨ ਜਾਂ ਮੋਨੀਟਰ ਕਰਦੇ ਹਨ। ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਤੁਹਾਡੇ ਜਦੋਂ ਵੀ ਡਰਾਈਵਰ ਤੁਹਾਡਾ ਸਕੇਲ ਦੇ ਉੱਤੇ, ਵੇਟ ਸਕੇਲ ਦੇ ਉੱਤੇ ਰੋਡ ਦੇ ਉੱਤੇ ਜਾਂਦੇ ਆ ਜਾਂ ਵੈਸੇ ਰੈਂਡਮ ਜਿਹੜੀ ਤੁਹਾਡੀ ਇਨਸਪੈਕਸ਼ਨ ਹੁੰਦੀ ਆ ਔਨ ਦਾ ਰੋਡ, ਉਹਦੇ ਵਿੱਚ ਜਦੋਂ ਪੁੱਲ ਹੁੰਦਾ ਉਹਦਾ ਇੱਕ ਬਕਾਇਦਾ ਰੈਕਡ ਬਣਦਾ ਕਿ ਇਸ ਡਰਾਈਵਰ ਨੂੰ ਕਿਉਂ ਪੁੱਲ ਕੀਤਾ ਗਿਆ, ਇਹਦੀ ਕੀ ਗਲਤੀ ਸੀ ਔਰ ਟਰੱਕ ਦੇ ਵਿੱਚ ਕੀ ਗਲਤੀਆਂ ਸੀ। ਜਦੋਂ ਟਰੱਕ ਦੀ ਬਕਾਇਦਾ ਪੁਲਿਸ ਆਫਿਸਰ ਜਿਹੜਾ ਆ ਉਹ ਇਨਸਪੈਕਸ਼ਨ ਕਰਦਾ ਤਾਂ ਉਹ ਸਾਰੇ ਦਾ ਇੱਕ ਰੈਕਡ ਬਣਦਾ, ਉਹਦੀਆਂ ਸਾਰੀਆਂ ਜਿਹੜੀਆਂ ਜੋ ਵੀ ਉਹ 'ਚ ਲਿਮਿਟੇਸ਼ਨ ਹੁੰਦੀਆਂ, ਜੋ ਵੀ ਉਹਦੇ ਮੇਨਟੇਨੈਂਸ ਰੈਕਡ ਦੇ ਵਿੱਚ ਜਾਂ ਆਵਰਸ ਆਫ ਸਰਵਿਸ ਦੇ ਵਿੱਚ ਜਾਂ ਡਰਾਈਵਰ ਦੀ ਕੋਈ ਡਰਾਈਵਿੰਗ ਦੇ ਵਿੱਚ ਜਿਹਨੂੰ ਅਸੀਂ ਔਨ ਰੋਡ ਜਾਂ ਡਰਾਈਵਿੰਗ ਜਿਹੜੀਆਂ ਮਿਸਟੇਕਸ ਕਹਿੰਦੇ ਹੈਗੀਆਂ, ਇਹ ਸਾਰੀਆਂ ਇੱਕ ਬਕਾਇਦਾ ਰੈਕਡ ਦੇ ਉੱਤੇ ਚੜ੍ਹਦੀਆਂ ਆ, ਜਿਹਨੂੰ ਜਿਹੜਾ ਫੈਡਰਲ ਮੋਟਰ ਕੈਰੀਅਰ ਐਡਮਿਨਿਸਟ੍ਰੇਸ਼ਨ ਹੈਗੀ ਆ fmcsa.dot.gov, ਇਸ ਸਾਈਟ ਦੇ ਉੱਤੇ ਹਰ ਮਹੀਨੇ ਉਹਦੀ ਅਪਡੇਸ਼ਨ ਹੁੰਦੀ ਹੈ ਔਰ ਉਹਦੀਆਂ ਬਕਾਇਦਾ ਉਸ ਡਰਾਈਵਰ ਦੀਆਂ ਗਲਤੀਆਂ, ਉਸ ਕੰਪਨੀ ਦੇ ਕਿੰਨੇ ਪੁਆਇੰਟ ਕੱਟੇ ਗਏ ਹਨ, ਇਹ ਬਕਾਇਦਾ ਔਰ ਕਿਹੜੇ ਟਰੱਕ ਦਾ ਬਿਨ ਨੰਬਰ, ਟ੍ਰੇਲਰ ਦਾ ਬਿਨ ਨੰਬਰ ਔਰ ਸਾਰੀ ਤਫਸੀਲ ਦੇ ਨਾਲ ਜਿਹੜੀ ਜਾਣਕਾਰੀ ਆ ਉਹ ਫੈਡਰਲ ਮੋਟਰ ਕੈਰੀਅਰ ਦੀ ਵੈਬਸਾਈਟ ਤੇ ਮੌਜੂਦ ਹੁੰਦੀ ਹੈ। ਟਰੱਕਿੰਗ ਕੰਪਨੀ ਓਨਰ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਮੰਥਲੀ ਬੇਸਿਸ ਦੇ ਉੱਤੇ ਬਕਾਇਦਾ ਆਪ, ਜੇਕਰ ਛੋਟੀ ਕੰਪਨੀ ਹੈ ਕੋਈ 5-10 ਟਰੱਕਾਂ ਵਾਲੀ, ਅਗਰ ਓਨਰ ਆਪ ਸਾਰੀ ਆਪਣੀ ਪੇਪਰ ਵਰਕ ਦੀ ਟੇਕ ਕੇਅਰ ਕਰ ਰਿਹਾ ਤੇ ਉਹਦੀ ਡਿਊਟੀ ਬਣਦੀ ਹੈ ਕਿ ਉਹ ਹਰ ਮਹੀਨੇ ਦੀ 1 ਤਰੀਕ ਨੂੰ ਜਾਂ 2 ਤਰੀਕ ਨੂੰ, ਜੋ ਵੀ ਉਹ ਇੱਕ ਡਿਸਾਈਡ ਕਰਦਾ ਇੰਟਰਨਲੀ ਆਪਣੀ ਕੰਪਨੀ ਦੇ ਅੰਦਰ,
ਉਹਨੂੰ ਜੀ ਸਿਫਰ ਸਿਸ ਤੇ ਜਾ ਕੇ ਆਪਣੀ DOT ਨੰਬਰ ਪਾ ਕੇ ਉਹਨੂੰ ਚੈੱਕ ਕਰੇ ਕਿ ਮੇਰੇ ਟੋਟਲ ਕਿੰਨੇ ਡਰਾਈਵਰਸ ਜਿਹੜੇ ਆ ਉਹਨਾਂ ਨੇ ਰੋਡ ਤੇ ਪੁੱਲ ਹੋਏ ਆ ਔਰ ਕਿੰਨਿਆਂ ਨੇ ਕਿਹੜੀ ਕਿਹੜੀ ਗਲਤੀ ਕੀਤੀ ਹੈ। ਉਹਨੂੰ ਬਕਾਇਦਾ ਇੱਕ ਸਟੱਡੀ ਕਰਨ ਦੀ ਜ਼ਰੂਰਤ ਰਹਿੰਦੀ ਹੈ ਕਿ ਮੇਰੇ ਡਰਾਈਵਰ ਜਿਹੜੇ ਆ ਕੀ ਉਹ ਮੇਨਟੇਨੈਂਸ ਰੈਕਟ ਦੇ ਵਿੱਚ ਜ਼ਿਆਦਾ ਸਾਈਟੇਸ਼ਨ ਲੈ ਰਹੇ ਆ ਜਾਂ ਗਲਤੀਆਂ ਕਰ ਰਹੇ ਆ, ਜਾਂ ਡਰਾਈਵ ਕਰਨ ਦੇ ਮਾਮਲੇ 'ਚ ਲੈ ਰਿਹਾ ਜਾਂ ਜਿਹੜਾ ਆਵਰਸ ਆਫ ਸਰਵਿਸ ਜਿਹੜੀ ਲੌਗ ਬੁੱਕ ਆ ਉੱਥੇ ਵਾਇਓਲੇਸ਼ਨ ਹੋ ਰਹੀ ਆ। ਜਿਹੜੀਆਂ ਵੀ ਵਾਇਓਲੇਸ਼ਨਸ ਕਰ ਰਿਹਾ ਡਰਾਈਵਰ ਉਹਦਾ ਇੱਕ ਹਰ ਇੱਕ ਦੀ ਉੱਥੇ ਕੈਟਾਗਰੀ ਬਣੀ ਹੁੰਦੀ ਹੈ। ਉਸ ਕੈਟਾਗਰੀ ਵਿੱਚ ਜਾ ਕੇ ਤੁਹਾਨੂੰ ਚੈੱਕ ਕਰਨਾ ਪੈਂਦਾ ਕਿ ਅਸੀਂ ਕਿਹੜੀ ਕਿਹੜੀ ਸਾਡੇ ਡਰਾਈਵਰ ਗਲਤੀ ਕਰ ਰਹੇ ਆ, ਔਰ ਜਦੋਂ ਸਾਡੇ ਕੋਲ ਇੱਕ ਡਾਟਾ ਆ ਜਾਂਦਾ ਫਿਰ ਅਸੀਂ ਉਹਦਾ ਐਨਾਲਿਸਿਸ ਕਰਨਾ ਜ਼ਰੂਰੀ ਹੈ। ਔਰ ਜਦੋਂ ਅਸੀਂ ਐਨਾਲਿਸਿਸ ਕਰਦੇ ਹਾਂ ਫਿਰ ਉਹਨੂੰ ਸਾਨੂੰ ਇੰਪਲੀਮੈਂਟ ਕਰਨਾ ਜ਼ਰੂਰੀ ਹੈ ਕਿ ਅਸੀਂ ਕਿਹੜੀ ਪ੍ਰੀਵੈਂਟਿਵ ਐਕਸ਼ਨਸ ਜਿਹੜੇ ਹੈਗੇ ਆ ਉਹ ਲੈਣੇ ਆ। ਜੇਕਰ ਡਰਾਈਵਰ ਮੇਨਟੇਨੈਂਸ ਦੀ ਟਿਕਟ ਵੱਧ ਲੈ ਰਿਹਾ ਜਾਂ ਮੇਨਟੇਨੈਂਸ ਦੇ ਨਾਲ ਸੰਬੰਧਿਤ ਜਿਹੜੀਆਂ ਵਾਇਓਲੇਸ਼ਨਸ ਵੱਧ ਰਹੀਆਂ ਤਾਂ ਸਾਨੂੰ ਆਪਣੇ ਟਰੱਕਾਂ ਜਾਂ ਟ੍ਰੇਲਰਾਂ ਦੀ ਮੇਨਟੇਨੈਂਸ ਤੇ ਧਿਆਨ ਦੇਣਾ ਪਏਗਾ। ਜੇਕਰ ਡਰਾਈਵਰ ਆਵਰਸ ਆਫ ਸਰਵਿਸ ਵਾਲੇ ਪਾਸੇ ਗਲਤੀ ਕਰ ਰਿਹਾ ਹੈ ਤੇ ਇਹਦਾ ਮਤਲਬ ਅਸੀਂ ਡਰਾਈਵਰ ਨੂੰ ਕਿਤੇ ਨਾ ਕਿਤੇ ਪੁਸ਼ ਕਰ ਰਹੇ ਹਾਂ ਜ਼ਿਆਦਾ ਟਰੱਕ ਚਲਾਉਣ ਵਾਸਤੇ, ਜਾਂ ਸਾਡਾ ਡਰਾਈਵਰ ਰੋਡ ਦੇ ਉੱਤੇ ਕੋਈ ਨਾ ਕੋਈ ਬੇਵਕੂਫੀ ਕਰ ਰਿਹਾ। ਸੋ ਪਹਿਲਾ ਪ੍ਰੋਗਰਾਮ ਤਾਂ ਇਹ ਹੈ ਕਿ ਤੁਸੀਂ ਆਪਣੇ ਡਰਾਈਵਰ ਮੋਨੀਟਰਿੰਗ ਜਿਹੜੀ ਆ ਉਹ ਫੈਡਰਲ ਮੋਟਰ ਕੈਰੀਅਰ ਦੀ ਸਾਈਟ ਤੋਂ ਜਾ ਕੇ ਕਰੋ। ਠੀਕ ਹੈ। ਦੂਜਾ ਢੰਗ ਇਹ ਹੈਗਾ ਕਿ ਹਰੇਕ ਡਰਾਈਵਰ ਨੂੰ ਜਦੋਂ 11 ਮਹੀਨੇ ਪੂਰੇ ਹੋ ਜਾਂਦੇ ਆ ਤਾਂ ਉਹਦਾ ਐਨੂਅਲ ਰਿਵਿਊ ਜਿਹੜਾ ਹੈਗਾ ਆ ਉਹ ਡਿਊ ਹੋ ਜਾਂਦਾ ਫੈਡਰਲ ਮੋਟਰ ਕੈਰੀਅਰ ਵੱਲੋਂ। ਹਰੇਕ ਡਰਾਈਵਰ ਦਾ 11 ਮਹੀਨੇ ਬਾਅਦ 12 ਮਹੀਨੇ ਪੂਰੇ ਹੋਣ ਤੋਂ ਪਹਿਲਾਂ 365 ਦਿਨ ਪੂਰੇ ਹੋਣ ਤੋਂ ਪਹਿਲਾਂ ਹਰੇਕ ਕੰਪਨੀ ਡਰਾਈਵਰ ਦੀ ਕੰਪਨੀ ਓਨਰ ਦੀ ਇਹ ਡਿਊਟੀ ਹੈ ਕਿ ਉਹ ਆਪਣੇ ਡਰਾਈਵਰ ਦਾ ਮੋਟਰ ਵਹੀਕਲ ਰੈਕਡ, ਜਿਹਨੂੰ ਅਸੀਂ DMV ਰੈਕਡ ਵੀ ਕਹਿੰਦੇ ਆ, MBR ਉਹਨੂੰ ਅਸੀਂ ਆਮ ਸ਼ਾਰਟ ਭਾਸ਼ਾ ਵਿੱਚ ਬੋਲਦੇ ਆ, ਉਹ DMV ਤੋਂ ਮੰਗਵਾਵੇ। ਉਹਦੇ ਉੱਤੇ ਸਾਰੀਆਂ ਜਿਹੜੀਆਂ ਸਾਈਟੇਸ਼ਨਸ ਡਰਾਈਵਰ ਨੇ ਲਈਆਂ ਜਾਂ ਕੋਈ ਉਸ ਸਾਲ ਦੇ ਦੌਰਾਨ ਐਕਸੀਡੈਂਟ ਕੀਤੇ ਆ ਉਹਨਾਂ ਸਾਰਿਆਂ ਨੂੰ ਮੋਨੀਟਰ ਕਰੇ ਕਿ ਉਹਦੇ ਕੋਲ ਉਹ ਸਾਰਾ ਰੈਕਡ ਪਹਿਲਾਂ ਤੋਂ ਮੌਜੂਦ ਹੈ, ਜੇ ਹੈ ਤੇ ਇਹ ਗਲਤੀਆਂ ਕਿਉਂ ਹੋਈਆਂ, ਜੇਕਰ ਨਹੀਂ ਮੌਜੂਦ ਤੇ ਉਹਨੂੰ ਸਾਰੇ ਨੂੰ ਸਟੱਡੀ ਕੀਤਾ ਜਾਵੇ। ਜੇਕਰ ਡਰਾਈਵਰ ਕਿਸੇ ਖਾਸ ਗੱਲ ਵਿੱਚ, ਫਾਰ ਐਗਜ਼ਾਮਪਲ ਇੱਕ ਡਰਾਈਵਰ ਇੱਕ ਸਾਲ ਦੇ ਵਿੱਚ 3 ਸਪੀਡਿੰਗ ਟਿਕਟਾਂ ਲੈ ਲੈਂਦਾ ਤੇ ਇਹਦਾ ਮਤਲਬ ਡਰਾਈਵਰ ਨੂੰ ਪ੍ਰੋਪਰ ਟ੍ਰੇਨਿੰਗ ਦੀ ਜ਼ਰੂਰਤ ਹੈ। ਸੋ ਉਸ ਡਰਾਈਵਰ ਦੀ ਟ੍ਰੇਨਿੰਗ ਦਾ ਇੰਤਜ਼ਾਮ ਕੀਤਾ ਜਾਵੇ। ਸੋ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਸਾਰੀਆਂ ਇੱਥੇ ਟਰਨ ਸਾਹਿਬ ਮੈਂ ਸਵਾਲ ਜ਼ਰੂਰ ਕਰਾਂਗਾ। ਪਿਛਲੇ ਕੁਝ ਸਮੇਂ ਦੇ ਦੌਰਾਨ ਲਗਾਤਾਰ ਧੜਾਧੜ ਹਾਦਸੇ ਜ਼ਰੂਰ ਹੋਏ ਨੇ। ਇਹਨਾਂ ਹਾਦਸਿਆਂ ਦੇ ਪਿੱਛੇ ਜੇਕਰ ਕਾਰਨਾਂ ਦੀ ਜਾਂਚ ਦੀ ਗੱਲ ਕਰੀਏ ਤਾਂ ਹਾਲੇ ਕੋਈ ਪੁਖਤਾ ਕਦਮ ਨਹੀਂ ਚੁੱਕੇ ਗਏ ਔਰ ਜਾਂਚ ਹਲੇ ਚੱਲ ਰਹੀ ਹੈ। ਪਰ ਪਿਛਲੇ ਕੁਝ ਹਾਦਸਿਆਂ ਨੂੰ ਵੇਖਦੇ ਹੋਏ ਤੁਸੀਂ ਕੀ ਸਮਝਦੇ ਹੋ ਕਿ ਸਪੀਡਿੰਗ ਇੱਕ ਮੁੱਖ ਕਾਰਨ ਹੋ ਸਕਦਾ ਹੈ? ਕਈ ਕਾਰਨ ਹੋਰ ਵੀ ਹੋਣਗੇ, ਉਹਨਾਂ ਤੇ ਵੀ ਮੈਂ ਆਵਾਂਗਾ, ਪਰ ਕੀ ਤੁਸੀਂ ਮੰਨਦੇ ਹੋ ਕਿ ਸਪੀਡਿੰਗ ਇੱਕ ਮੁੱਖ ਕਾਰਨ ਹੋ ਸਕਦਾ? ਨਹੀਂ ਭਲਿੰਦਰ ਸਿੰਘ ਜੀ, ਮੈਂ ਸਪੀਡਿੰਗ ਨੂੰ ਬਹੁਤਾ ਵੱਡਾ ਕਾਰਨ ਨਹੀਂ ਮੰਨਦਾ, ਕਿਉਂਕਿ ਦੇਖੋ ਸਪੀਡਿੰਗ ਜਿਹੜੀ ਹੈ ਉਹ ਜੋ ਅੱਜ ਕੈਲੀਫੋਰਨੀਆ ਵਿੱਚ ਹੈ ਉਹ ਅੱਜ ਤੋਂ 25 ਸਾਲ ਪਹਿਲਾਂ ਵੀ ਸੀ, ਅੱਜ ਤੋਂ 20 ਸਾਲ ਪਹਿਲਾਂ ਸੀ, ਅੱਜ ਤੋਂ 30 ਸਾਲ ਪਹਿਲਾਂ ਸੀ, ਰਾਈਟ। ਜੋ ਅੱਜ ਨਵਾਡਾ ਵਿੱਚ ਜੋ ਸਪੀਡਿੰਗ ਹੈ ਉਹ ਅੱਜ ਤੋਂ 20 ਸਾਲ ਪਹਿਲਾਂ ਵੀ ਸੀ, ਅੱਜ ਵੀ ਉਹੀ ਹੈ। ਪਰ ਕੀ ਕਾਰਨ ਹੈ ਕਿ 2010 ਤੋਂ ਬਾਅਦ ਜਿਹੜੇ ਹਾਦਸੇ ਹੈ ਉਹਨਾਂ 'ਚ ਕਈ ਗੁਣਾ ਦਾ ਵਾਧਾ ਹੋ ਚੁੱਕਾ ਹੈ। ਸੋ ਸਪੀਡਿੰਗ ਨਹੀਂ ਇੱਕ ਵੱਡਾ ਕਾਰਨ, ਹੋਰ ਇਹਦੇ ਵਿੱਚ ਬੜੇ ਵੱਡੇ ਕਾਰਨ ਸੀ, ਉਹਨਾਂ ਦੀ ਬਾਰੇ ਗੱਲਬਾਤ ਕਰਦੇ ਆ ਕਿ ਜਿਹੜਾ ਜੇਕਰ ਨਸ਼ੇ ਦੀ ਗੱਲ ਕਰੀਏ, ਸਪੀਡਿੰਗ ਨੂੰ ਤੁਸੀਂ ਇਨਕਾਰ ਕਰ ਦਿੱਤਾ, ਨਸ਼ੇ ਹੋ ਸਕਦੇ ਨੇ ਇਸ ਦਾ ਇੱਕ ਵੱਡਾ ਕਾਰਨ? ਹਾਂ, ਨਸ਼ਾ ਇੱਕ ਕਾਰਨ ਹੋ ਸਕਦਾ। ਉਹਦਾ ਕਾਰਨ ਦੇਖੋ ਕੀ ਹੈ ਕਿ ਨਸ਼ਾ ਡਰਾਈਵਰ ਕਰਦਾ ਕਿਉਂ? ਅਸਲ ਵਿੱਚ ਨਸ਼ਾ ਕਰਨ ਦਾ ਕਾਰਨ ਹੈਗਾ ਲੌਂਗ ਡਰਾਈਵਿੰਗ। ਜੇਕਰ ਜਿਹੜੇ ਨਾਰਮਲ ਡਰਾਈਵਰਸ ਹੈਗੇ ਦੇਖੋ ਉਹ ਨਸ਼ੇਈ ਨਹੀਂ ਹਨ। ਐਸੀ ਨਹੀਂ ਗੱਲ ਕਿ ਡਰਾਈਵਰ ਸਾਰੇ ਬਹੁਤ ਜ਼ਿਆਦਾ ਨਸ਼ਾ ਕਰਦੇ ਹਨ ਤੇ ਇਸ ਕਰਕੇ ਐਕਸੀਡੈਂਟ ਹੁੰਦੇ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਕਿਉਂਕਿ ਡਰਾਈਵਰ ਸ਼ਰਾਬ ਪੀ ਕੇ ਟਰੱਕ ਚਲਾ ਨਹੀਂ ਸਕਦਾ। ਇੱਥੇ ਬਹੁਤ ਰੇਅਰ, ਕਿਤੇ 1000 ਚੋਂ ਇੱਕ ਜਾਂ 10,000 ਚੋਂ ਇੱਕ ਡਰਾਈਵਰ ਸ਼ਰਾਬ ਪੀ ਕੇ ਜਿਹੜਾ ਹੈ ਉਹ ਟਰੱਕ ਚਲਾਉਂਦਾ ਹੈ। ਹਾਂ, ਅਫੀਮ ਵਗੈਰਾ, ਭੁੱਕੀ ਜਾਂ ਹੋਰ ਜਿਹੜੀਆਂ ਇਹੋ ਜਿਹੇ ਨਸ਼ੇ ਹੈ, ਇਸ ਤਰ੍ਹਾਂ ਦੇ ਕੋਈ ਜਿਹੜੀਆਂ ਤੁਹਾਡੀਆਂ ਕੋਕੀਨ ਵਗੈਰਾ ਹੈਗੀਆਂ, ਇਹੋ ਜਿਹੀਆਂ ਡਰੱਗਸ ਲੈ ਕੇ ਲੋਕ ਟਰੱਕ ਚਲਾਉਂਦੇ ਆ। ਪਰ ਉਹਦੇ ਪਿੱਛੇ ਕਾਰਨ ਇਹ ਹੈ ਕਿ ਡਰਾਈਵਰ ਜਦੋਂ 11 ਘੰਟੇ ਜਿਹੜੀ ਕਿ ਫੈਡਰਲ ਮੋਟਰ ਕੈਰੀਅਰ ਦਾ ਇੱਕ ਆਥੋਰਾਈਜ਼ਡ ਸਿਸਟਮ ਹੈਗਾ ਆ, ਜਿਹੜਾ ਇੱਕ ਅਲਾਉਏਬਲ ਸਿਸਟਮ ਹੈਗਾ, ਉਹਦੇ ਵਿੱਚ ਤੁਸੀਂ ਡਰਾਈਵਰ ਨੇ 11 ਘੰਟੇ ਟਰੱਕ ਚਲਾਉਣਾ, ਉਸ ਤੋਂ ਬਾਅਦ 10 ਘੰਟੇ ਦੀ ਰੈਸਟ ਕਰਨੀ ਹੁੰਦੀ ਹੈ। ਜੇਕਰ ਡਰਾਈਵਰ 11 ਘੰਟੇ ਟਰੱਕ ਚਲਾਉਣ ਤੋਂ ਬਾਅਦ 10 ਘੰਟੇ ਰੈਸਟ ਕਰਦਾ ਹੈ ਤਾਂ ਮੇਰਾ ਨਹੀਂ ਖਿਆਲ ਉਹਦੀ ਜ਼ਰੂਰਤ ਹੈ ਨਸ਼ਾ ਲੈਣਾ, ਨਾ ਹੀ ਉਹਨੂੰ ਨਸ਼ਾ ਲੈਣ ਦੀ ਜ਼ਰੂਰਤ ਪੈਂਦੀ ਹੈ। ਜਦੋਂ ਡਰਾਈਵਰ ਨੇ 15 ਜਾਂ 16 ਘੰਟੇ ਜਾਂ 18 ਘੰਟੇ ਟਰੱਕ ਚਲਾਉਣਾ ਤਾਂ ਯੰਗ ਬਲੱਡ ਦੇ ਵਿੱਚ ਜਿਹੜਾ ਖਾਸ ਕਰਕੇ ਡਰਾਈਵਰ ਇੱਕ ਦੂਜੇ ਨੂੰ ਜਦੋਂ ਪ੍ਰਵੋਕ ਕਰਦੇ ਆ ਕਿ ਲੈ ਥੋੜਾ ਜਿਹਾ ਤੂੰ ਵੀ ਖਾ ਕੇ ਦੇਖ ਲਾ, 4 ਘੰਟੇ ਟਰੱਕ ਹੋਰ ਚੱਲ ਸਕਦਾ,
ਜਦੋਂ ਤੁਸੀਂ ਓਵਰ ਟਾਈਮ ਟਰੱਕ ਚਲਾਉਨੇ ਆ 15-18 ਘੰਟੇ ਜਾਂ 20 ਘੰਟੇ ਜਾਂ 18 ਘੰਟੇ, ਉਸ ਵਕਤ ਨਸ਼ਾ ਤੁਹਾਨੂੰ ਲੈਣਾ ਤੁਹਾਡੇ ਸਰੀਰ ਦੀ ਮਜਬੂਰੀ ਹੋ ਜਾਂਦਾ। ਔਰ ਜਦੋਂ ਜੀ ਤੁਸੀਂ 17-18 ਘੰਟੇ ਟਰੱਕ ਚਲਾ ਰਹੇ ਹੋ ਤਾਂ ਤੁਹਾਡੇ ਸਰੀਰ ਦੀ ਜਿਹੜੀ ਫਟੀਗ ਹੈਗੀ ਆ, ਜਿਹੜੀ ਤੁਹਾਡੇ ਸਰੀਰ ਦੀ ਟੁੱਟ ਭੱਜ ਹੈ, ਉਹ ਵੱਧਦੀ ਹੈ। ਟੁੱਟ ਭੱਜ ਨੂੰ ਤੁਸੀਂ ਬਚਣ ਵਾਸਤੇ, ਥਕਾਵਟ ਤੋਂ ਬਚਣ ਵਾਸਤੇ ਤੁਸੀਂ ਨਸ਼ੇ ਦਾ ਸਹਾਰਾ ਲੈਂਦੇ ਆ। ਫਿਰ ਜਦੋਂ ਨਸ਼ੇ ਦਾ ਸਹਾਰਾ ਲੈਂਦੇ ਆ ਤਾਂ ਦੋ ਚੀਜ਼ਾਂ ਤੁਹਾਡੀਆਂ ਇਕੱਠੀਆਂ ਹੁੰਦੀਆਂ, ਇੱਕ ਫਟੀਗ ਹੁੰਦੀ ਹੈ ਔਰ ਦੂਸਰਾ ਨਸ਼ਾ ਹੁੰਦਾ। ਖਾਸ ਜੀ ਕਰਕੇ ਜਦੋਂ ਅਸੀਂ 16-17 ਘੰਟੇ ਟਰੱਕ ਚਲਾਉਂਦੇ ਆ ਤੇ ਜਿਹੜਾ ਟਾਈਮਿੰਗ ਟਰੱਕ ਚਲਾਉਣ ਦਾ ਰਾਤ ਦੇ 12 ਵਜੇ ਤੋਂ ਬਾਅਦ ਵੱਜ ਜਾਂਦਾ, ਔਰ 12 ਤੋਂ ਲੈ ਕੇ ਜਿਹੜਾ ਸਵੇਰੇ 4 ਵਜੇ ਦਾ ਸਮਾਂ ਹੈ, ਸਭ ਤੋਂ ਵੱਧ ਖਤਰਨਾਕ ਸਮਾਂ ਮੰਨਿਆ ਜਾਂਦਾ। ਸੋ ਨਸ਼ੇ ਦੀ ਸੇਵਨ ਦੇ ਨਾਲ, ਨਸ਼ੇ ਨੂੰ ਯੂਜ਼ ਕਰਨ ਦੇ ਨਾਲ ਡਰਾਈਵਰ ਜਿਹੜਾ ਆ ਉਹ ਲਗਾਤਾਰ ਲੰਬਾ ਟਾਈਮ ਟਰੱਕ ਚਲਾਉਂਦਾ ਆ, ਜਿਹਦੇ ਵਿੱਚ ਸਰੀਰ ਦੀ ਫਟੀਗ ਹੋਣ ਨਾਲ ਡਰਾਈਵਰ ਗਲਤੀ ਕਰਦਾ ਆ। ਔਰ ਜਦੋਂ ਤੁਹਾਡਾ ਸਰੀਰ ਥੱਕਦਾ ਹੈ ਤਾਂ ਅਣਗਹਿਲੀ ਜਿਹੜੀ ਹੈ ਲੰਬਾ ਟਾਈਮ ਕੰਮ ਕਰਨਾ ਹੋ ਜਾਣੀ ਲਾਜ਼ਮੀ ਹੋ ਜਾਂਦੀ ਹੈ, ਸੋ ਔਰ ਨੈਚੁਰਲ ਹੋ ਜਾਂਦੀ ਹੈ। ਸੋ ਇਸ ਕਰਕੇ ਨਸ਼ਾ ਜਿਹੜਾ ਆ ਉਹ ਮੈਂ ਸਮਝਦਾ ਕਿ ਇੱਕ ਵੱਡਾ ਕਾਰਨ ਹੈ ਇਸ ਐਕਸੀਡੈਂਟ ਦੇ ਵਧਣ ਦਾ। ਠੀਕ ਹੈ। ਇਸ ਦਾ ਨਾਲ ਹੀ ਮੈਂ ਇੱਕ ਰਲਦਾ ਮਿਲਦਾ ਅਗਲਾ ਸਵਾਲ ਵੀ ਤੁਹਾਡੇ ਤੋਂ ਜ਼ਰੂਰ ਕਰਨਾ ਚਾਹਾਂਗਾ ਕਿ ਡਰਾਈਵਰ ਨੂੰ ਹਾਇਰ ਕਰਨ ਤੋਂ ਬਾਅਦ ਇਹ ਕਿਵੇਂ ਯਕੀਨੀ ਬਣਾਇਆ ਜਾਏ ਕਿ ਉਹ ਨਸ਼ਿਆਂ ਤੋਂ ਬਚਿਆ ਰਹੇ, ਜੇਕਰ ਕਰਦਾ ਹੈ ਤਾਂ ਫੜਿਆ ਵੀ ਜਾਏ, ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਯਾਰ ਦੋਸਤ ਹੀ ਇੱਕ ਚੰਗੇ ਬੰਦੇ ਨੂੰ ਵੀ ਬੁਰੀ ਸੰਗਤ ਚ ਪਾ ਦਿੰਦੇ ਨੇ, ਤਾਂ ਕਿਵੇਂ ਉਸ ਤੋਂ ਜਿਹੜਾ ਮਾਲਕ ਹੈ ਉਹ ਬਚਾ ਕਰੇ? ਭੁਪਿੰਦਰ ਸਿੰਘ ਜੀ, ਉਹਦੇ ਵਾਸਤੇ ਬਹੁਤ ਵਧੀਆ ਪ੍ਰੋਗਰਾਮ ਸਟੇਟ ਨੇ, ਆਪਣੇ ਫੈਡਰਲ ਨੇ ਬਣਾਇਆ ਹੈ, ਜਿਹਨੂੰ ਅਸੀਂ ਰੈਂਡਮ ਡਰੱਗ ਟੈਸਟਿੰਗ ਕਹਿੰਦੇ ਆ। ਜੀ ਜਦੋਂ ਡਰਾਈਵਰ ਤੁਹਾਡੇ ਕੋਲੋਂ ਹਾਇਰ ਹੁੰਦਾ ਹੈ ਤੇ ਤੁਸੀਂ ਸਭ ਤੋਂ ਪਹਿਲਾਂ ਉਹਦਾ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਕਰਵਾਉਂਦੇ ਹੋ, ਜਿਹਦੇ ਵਿੱਚ ਤੁਹਾਨੂੰ ਡਰਾਈਵਰ ਦਾ ਡਰੱਗ ਟੈਸਟ ਅਗਰ ਨੈਗੇਟਿਵ ਆਉਂਦਾ ਆ ਤੇ ਤੁਸੀਂ ਡਰਾਈਵਰ ਨੂੰ ਤਾਂ ਹੀ ਹਾਇਰ ਕਰ ਸਕਦੇ ਹੋ, ਅਦਰਵਾਈਜ਼ ਨਹੀਂ ਕਰਨਾ। ਸੋ ਇਹ ਤਾਂ ਤੁਹਾਡੀ ਇੰਟਰੈਂਸ ਪ੍ਰੋਗਰਾਮ ਹੋ ਗਿਆ, ਪ੍ਰੀ ਇੰਪਲੋਇਮੈਂਟ ਤੁਹਾਡਾ ਡਰੱਗ ਟੈਸਟ ਹੋ ਗਿਆ। ਉਸ ਤੋਂ ਬਾਅਦ ਸਾਡੇ ਫੈਡਰਲ ਨੇ ਇੱਕ ਬਹੁਤ ਵਧੀਆ ਪ੍ਰੋਗਰਾਮ ਬਣਾਇਆ, ਜਿਹਨੂੰ ਅਸੀਂ ਕਹਿੰਦੇ ਰੈਂਡਮ ਡਰੱਗ ਟੈਸਟਿੰਗ, ਜਿਹਦੇ ਵਿੱਚ ਹਰੇਕ ਕੰਪਨੀ ਨੂੰ ਇਹ ਲਾਜ਼ਮੀ ਹੈ ਕਿ ਜਦੋਂ ਉਹ ਡਰਾਈਵਰ ਹਾਇਰ ਕਰਦੀ ਹੈ ਤਾਂ ਉਸ ਪ੍ਰੋਗਰਾਮ ਦੇ ਵਿੱਚ ਉਹ ਆਪਣੀ ਕੰਪਨੀ ਨੂੰ ਐਨਰੋਲਮੈਂਟ ਉਹਦੀ ਕਰਵਾਈ ਜਾਵੇ। ਉਹ ਅਲੱਗ-ਅਲੱਗ ਜਿਹੜੀਆਂ ਆਥੋਰਾਈਜ਼ਡ ਕੰਪਨੀਆਂ ਹੁੰਦੀਆਂ ਆ ਅਮਰੀਕਾ ਦੇ ਵਿੱਚ, ਜਿਹੜੇ ਅੰਡਰ ਤੁਹਾਨੂੰ ਕਿਸੇ ਵੀ ਇੱਕ ਕੰਪਨੀ ਨੂੰ ਚੂਜ਼ ਕਰਕੇ ਉਹਦੇ ਅੰਡਰ ਆਪਣਾ ਰੈਂਡਮ ਡਰੱਗ ਟੈਸਟਿੰਗ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਆਪਣੇ ਨੂੰ ਐਨਰੋਲ ਕਰਾਉਣਾ ਪੈਂਦਾ, ਔਰ ਤੁਹਾਨੂੰ ਆਪਣੇ ਸਾਰੇ ਡਰਾਈਵਰ ਦੀ ਲਿਸਟ ਜਿਹੜੀ ਹੈ ਉਹ ਵੀ ਉਸ ਰੈਂਡਮ ਪ੍ਰੋਗਰਾਮ ਵਿੱਚ ਦੇਣੀ ਪੈਂਦੀ ਹੈ। ਜਦੋਂ ਤੁਸੀਂ ਉਸ ਫॉर ਐਗਜ਼ਾਮਪਲ ਮੇਰੀ ਇੱਕ ਕੰਪਨੀ ਇਹ ਹੈਗੀ ਆ ਜਿਹਦੇ ਵਿੱਚ 5 ਡਰਾਈਵਰ ਆ, ਇੱਕ ਹੋਰ ਕੰਪਨੀ ਉਹਦੇ ਕੋਲ B ਕੰਪਨੀ ਆ, ਉਹਦੇ 20 ਡਰਾਈਵਰ ਆ, ਇੱਕ C ਕੰਪਨੀ ਉਹਦੇ 15 ਡਰਾਈਵਰ ਆ। ਉਹ ਸਾਰੇ ਡਰਾਈਵਰਸ ਦੀ ਲਿਸਟ ਜਿਹੜੀ ਆ ਉਹ ਇੱਕ ਕੰਪਿਊਟਰ ਸਿਸਟਮ ਵਿੱਚ, ਇੱਕ ਡੇਟਾਬੇਸ ਦੇ ਵਿੱਚ ਪਾਤੀ ਜਾਂਦੀ ਹੈ। ਉਹਦੇ ਵਿੱਚੋਂ ਰੈਂਡਮਲੀ ਗਵਰਨਮੈਂਟ ਦਾ ਜਿਹੜਾ ਪਹਿਲਾਂ ਹੁਣ ਤੱਕ ਲਾਅ ਸੀਗਾ 25% ਜਿਹੜੇ ਡਰਾਈਵਰ ਆ ਉਹ ਸਾਲਾਨਾ ਵਿੱਚੋਂ ਰੈਂਡਮਲੀ ਕੰਪਿਊਟਰ ਸਿਸਟਮ ਦੇ ਨਾਲ ਇੱਕ ਪ੍ਰੋਗਰਾਮ ਦੇ ਜ਼ਰੀਏ ਚੱਕੇ ਜਾਂਦੇ, ਜਿਹੜੇ ਕਿ ਹਰ ਟ੍ਰਾਈਮੈਸਟਰ ਵਿੱਚ 6% ਟੋਟਲ ਨੰਬਰ ਆਫ ਡਰਾਈਵਰ, ਜੇ 1 ਲੱਖ ਡਰਾਈਵਰ ਆ ਤੇ 6000 ਡਰਾਈਵਰ ਜਿਹੜੇ ਆ ਹਰ ਕੁਆਟਰ ਦੇ ਵਿੱਚ ਅਗਰ ਚੱਕੀਏ ਤਾਂ ਸਾਲ ਦੇ ਵਿੱਚ 25% ਜਿਹੜੇ ਹੋ ਜਾਂਦੇ ਆ। ਸੋ ਫੈਡਰਲ ਐਕਚੁਅਲੀ ਉਹਨੂੰ ਵਧਾ ਕੇ 50% ਤੱਕ ਕਰ ਰਹੀ ਆ, ਔਰ ਮੇਰਾ ਖਿਆਲ ਉਹ ਜਲਦੀ ਇੰਪਲੀਮੈਂਟ ਵੀ ਹੋ ਰਿਹਾ ਲਾਅ ਕਿ 50% ਟੋਟਲ ਡਰਾਈਵਰ ਜਿਹੜੇ ਆ ਕੰਪਨੀ ਦੇ ਲਗਭਗ ਇਸ ਵੇਲੇ ਜਿਹੜੇ ਹੈਗਾ ਉਹ 25% ਡਰਾਈਵਰ ਜਿਹੜੇ ਆ ਉਹ ਰੈਂਡਮਲੀ ਪਿਕ ਹੁੰਦੇ ਆ। ਜਿਵੇਂ ਤੁਹਾਡੇ ਕੋਲ 50 ਡਰਾਈਵਰ ਆ ਤੇ 10-12 ਡਰਾਈਵਰ 14 ਡਰਾਈਵਰ ਜਿਹੜੇ ਸਾਲ ਦੇ ਤੁਹਾਡੇ ਪਿਕ ਹੋ ਜਾਂਦੇ ਆ, ਜਿਹਦੇ ਵਿੱਚ ਡਰਾਈਵਰ ਨੂੰ ਰਾਈਟ ਅਵੇ, ਤੁਹਾਡਾ ਡਰਾਈਵਰ ਅਗਰ ਰੋਡ ਤੇ ਆ ਤਾਂ ਉਹਨੂੰ ਰਾਈਟ ਅਵੇ ਤੁਹਾਨੂੰ ਕਾਲ ਕਰਕੇ ਕਹਿਣਾ ਪੈਂਦਾ ਕਿ ਭਾਈ ਤੂੰ ਫਲਾਨੀ ਜਗ੍ਹਾ ਜਾ ਕੇ ਵਿਦ ਇੰਨੇ ਡੇਜ਼ ਜਿਹੜੇ ਹੈਗੇ ਆ 7 ਡੇਜ਼ ਜਾਂ 15 ਡੇਜ਼ ਜਿਹੜੇ ਆ ਉਹ ਆਪਣਾ ਡਰੱਗ ਟੈਸਟ ਕਰਵਾ। ਉਹਦੇ ਨਾਲ ਡਰਾਈਵਰ ਦੇ ਸਿਰ ਦੇ ਉੱਤੇ ਕੁੰਡਾ ਲੱਗਾ ਰਹਿੰਦਾ, ਇੱਕ ਤਲਵਾਰ ਲਟਕਦੀ ਰਹਿੰਦੀ ਹੈ ਕਿ ਭਾਈ ਮੇਰਾ ਪਤਾ ਨਹੀਂ ਰੈਂਡਮ ਡਰੱਗ ਟੈਸਟ ਜਿਹੜਾ ਉਹ ਕਦੋਂ ਨਿਕਲ ਆਉਣਾ। ਔਰ ਉਹ ਰੈਂਡਮ ਡਰੱਗ ਟੈਸਟ ਜਦੋਂ ਹੁੰਦਾ ਹੈ ਫਿਰ ਡਰਾਈਵਰ ਨੂੰ ਕਰਵਾਉਣਾ ਪੈਂਦਾ। ਅਗਰ ਡਰਾਈਵਰ ਡਿਨਾਇਲ ਕਰਦਾ ਤਾਂ ਡਰਾਈਵਰ ਦਾ ਇਹ ਡਰਾਈਵਰ ਦੇ ਰੈਕਟ ਦੇ ਉੱਤੇ ਜਾਂਦਾ ਹੈ ਔਰ ਉਹਦੇ ਨਾਲ ਉਹਨੂੰ ਅਗਲੀ ਜਗ੍ਹਾ ਜਾ ਕੇ ਨੌਕਰੀ ਮਿਲਣ ਤੋਂ ਜਿਹੜਾ ਹੈਗਾ ਉਹ ਮਨਾ ਕੀਤਾ ਜਾ ਸਕਦਾ ਜਾਂ ਨਾ ਹੋ ਸਕਦੀ ਹੈ। ਇਹ ਡਰਾਈਵਰ ਦੇ ਰੈਕਟ ਦੇ ਉੱਤੇ ਇੱਕ ਬੜੀ ਖਤਰਨਾਕ ਜਿਹੜੀ ਹੈ ਉਹ ਵਾਇਲੇਸ਼ਨ ਹੁੰਦੀ ਹੈ, ਡਰੱਗ ਟੈਸਟਿੰਗ, ਰੈਂਡਮ ਡਰੱਗ ਟੈਸਟਿੰਗ ਡਿਨਾਇਲ ਜਿਹੜੀ। ਜੀ ਠੀਕ ਹੈ। ਤੇ ਜੇਕਰ ਹੁਣ ਡਰਾਈਵਰ ਦਾ ਡਰੱਗ ਟੈਸਟ ਪੋਜ਼ਿਟਿਵ ਆ ਜਾਏ ਅਤੇ ਫਿਰ ਉਸ ਦਾ ਸਾਹਮਣਾ ਕੀਤਾ ਜਾਏ, ਕਿਵੇਂ ਕੀਤਾ ਜਾਏ, ਇਹ ਵੀ ਇੱਕ ਬੜੀ ਵੱਡੀ ਚੁਣੌਤੀ ਵੀ ਹੋਏਗੀ। ਔਰ ਕਿਉਂਕਿ ਮਾਲਕਾਂ ਦੇ ਵੀ ਇਹ ਗੱਲ ਤਾਂ ਸਾਹਮਣੇ ਆਏਗੀ, ਮਾਲਕਾਂ ਨੂੰ ਵੀ ਨੁਕਸਾਨ ਹੈ ਔਰ ਡਰਾਈਵਰ ਨੂੰ ਖੁਦ ਦਾ ਵੀ ਨੁਕਸਾਨ ਹੈ, ਤਾਂ ਕਿਸ ਤਰ੍ਹਾਂ ਇਸ ਦਾ ਸਾਹਮਣਾ ਕੀਤਾ ਜਾਏ? ਭੁਪਿੰਦਰ ਸਿੰਘ ਜੀ, ਬੜਾ ਵੱਡਾ ਨੁਕਸਾਨ ਹੈ ਜਦੋਂ ਡਰਾਈਵਰ ਦਾ ਡਰੱਗ ਟੈਸਟ ਪੋਜ਼ਿਟਿਵ ਆਉਂਦਾ ਤਾਂ ਡਰਾਈਵਰ ਨੂੰ ਫਾਈਨੈਂਸ਼ੀਅਲੀ ਬੜਾ ਵੱਡਾ ਨੁਕਸਾਨ ਹੁੰਦਾ।
ਕੰਪਨੀ ਨੂੰ ਬੜਾ ਵੱਡਾ ਨੁਕਸਾਨ ਹੁੰਦਾ, ਪਰ ਕੰਪਨੀ ਦੀ ਇਹ ਮਜਬੂਰੀ ਹੁੰਦੀ ਹੈ ਕਿ ਉਹਨੂੰ ਫਿਰ ਜਦੋਂ ਡਰਾਈਵਰ ਦਾ ਡਰਗ ਟੈਸਟ ਪੋਜ਼ਿਟਿਵ ਆਉਂਦਾ ਤੇ ਉਹਨੂੰ ਟਰੱਕ ਦੇ ਉੱਤੋਂ ਉਤਾਰਨਾ ਕੰਪਨੀ ਦੀ ਮਜਬੂਰੀ ਹੋ ਜਾਂਦੀ ਹੈ। ਮਜਬੂਰੀ ਹੋ ਜਾਂਦੀ ਹੈ, ਬਿਲਕੁਲ। ਉਸ ਤੋਂ ਬਾਅਦ ਇੱਕ ਬਕਾਇਦਾ ਉਹਨੂੰ ਪ੍ਰੋਗਰਾਮ ਵਿੱਚ ਜਾਣਾ ਪੈਂਦਾ, ਸੈਪ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਜਾਣਾ ਪੈਂਦਾ, ਜਿਹਦੇ ਵਿੱਚ ਸਭ ਤੋਂ ਪਹਿਲਾਂ ਡਰਾਈਵਰ ਦਾ ਦੁਆਰਾ ਡਰਗ ਟੈਸਟ ਨੈਗੇਟਿਵ ਆਉਣਾ ਜਿਹੜਾ ਉਹ ਜ਼ਰੂਰੀ ਹੈ। ਜਦ ਜੀ ਤੱਕ ਡਰਾਈਵਰ ਦਾ ਦੁਆਰਾ ਨੈਗੇਟਿਵ ਡਰਗ ਟੈਸਟ ਨਹੀਂ ਆਉਂਦਾ, ਡਰਾਈਵਰ ਜਿਹੜਾ ਵਾਪਸ ਔਨ ਡਿਊਟੀ ਜਾਂ ਬੈਕ ਟੂ ਡਿਊਟੀ ਸਟੇਟਸ ਜਿਹੜਾ ਉਹਦਾ ਨਹੀਂ ਹੁੰਦਾ, ਉਹਨੂੰ ਬੈਕ ਟੂ ਡਿਊਟੀ ਸਟੇਟਸ ਅਸੀਂ ਬੋਲਦੇ ਹਾਂ। ਜਦ ਤੱਕ ਡਰਾਈਵਰ ਦੁਆਰਾ ਨੈਗੇਟਿਵ ਨਹੀਂ ਹੁੰਦਾ, ਅਸੀਂ ਬੈਕ ਟੂ ਡਿਊਟੀ ਉਹਨੂੰ ਨਹੀਂ ਲੈ ਕੇ ਆ ਸਕਦੇ। ਉਸ ਤੋਂ ਜੀ ਬਾਅਦ ਇਹ ਗੱਲ ਬਹੁਤ ਛੋਟੀ ਜਿਹੀ ਹੈ ਕਿ ਡਰਾਈਵਰ ਦਾ ਨੈਗੇਟਿਵ ਰਿਜ਼ਲਟ ਆ ਗਿਆ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਹਾਇਰ ਦੁਆਰਾ ਉਹਨੂੰ ਟਰੱਕ ਦੇ ਉੱਤੇ ਚਾੜ ਦਿੰਦੇ ਆ। ਪਰ ਇਹਦਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੈ ਕਿ ਜਦੋਂ ਉਹ ਸੈਪ ਪ੍ਰੋਗਰਾਮ ਦੇ ਵਿੱਚ ਡਰਾਈਵਰ ਜਾਂਦਾ ਹੈ ਤਾਂ ਫਿਰ ਜਿਹੜਾ ਉਹ ਡਾਕਟਰ ਜਾਂ ਕੰਸਲਟੈਂਟ ਹੁੰਦਾ ਹੈ, ਉਸ ਆਦਮੀ ਨੇ ਡਰੱਗ ਦੀ ਮਾਤਰਾ ਨੂੰ ਟੈਸਟ ਵਿੱਚ ਦੇਖ ਕੇ, ਕਿਉਂਕਿ ਜਦੋਂ ਦਾ ਡਰੱਗ ਟੈਸਟ ਪੋਜ਼ਿਟਿਵ ਉਹਦੇ ਵਿੱਚ ਬਕਾਇਦਾ ਡਰੱਗ ਦੀ ਮਾਤਰਾ ਜਿਹੜੀ ਹੈ, ਕਿਸ ਤਰ੍ਹਾਂ ਦੀ ਡਰੱਗ ਲਈ ਗਈ ਹੈ, ਕਿਸ ਮਾਤਰਾ ਵਿੱਚ ਡਰੱਗ ਲਈ ਗਈ ਹੈ, ਉਹ ਸਾਰਾ ਉਹਨੂੰ ਐਨਾਲਿਸਿਸ ਕੀਤਾ ਜਾਂਦਾ। ਐਨਾਲਿਸਿਸ ਕਰਨ ਤੋਂ ਬਾਅਦ ਉਹ ਬਕਾਇਦਾ ਡਰਾਈਵਰ ਦੇ ਨਾਲ ਇੰਟਰਵਿਊ ਕਰਦਾ ਹੈ, ਉਹਦੇ ਸਿਚੁਏਸ਼ਨ ਨੂੰ ਜਾਣਨ ਦੀ ਕੋਸ਼ਿਸ਼ ਕਰਦਾ। ਫਿਰ ਉਸ ਤੋਂ ਬਾਅਦ ਉਹਨੂੰ ਇੱਕ ਬਕਾਇਦਾ ਪ੍ਰੋਗਰਾਮ 'ਚ ਪਾਇਆ ਜਾਂਦਾ, 12 ਮਹੀਨੇ ਤੋਂ ਲੈ ਕੇ 36 ਮਹੀਨੇ ਦੇ ਪ੍ਰੋਗਰਾਮ ਵਿੱਚ ਪਾਇਆ ਜਾਂਦਾ, ਜਿਹਦੇ ਵਿੱਚ ਉਹਨੂੰ ਬਕਾਇਦਾ ਕਲਾਸਿਸ ਲੈਣੀਆਂ ਜ਼ਰੂਰੀ ਹੋ ਜਾਂਦੀਆਂ। ਔਰ ਸਭ ਤੋਂ ਵੱਡੀ ਦੁੱਖ ਵਾਲੀ ਗੱਲ ਇਹ ਹੈ ਕਿ ਉਹਨੇ ਮਹੀਨਿਆਂ ਵਾਸਤੇ ਹਰ ਮੰਥਲੀ ਬੇਸਿਸ ਤੇ ਉਹਨੂੰ ਆਪਣਾ ਡਰਗ ਟੈਸਟ ਕਰਾਉਣ ਦੀ ਜਿਹੜੀ ਹੈ ਉਹ ਇੰਪਲੀਮੈਂਟ ਹੋ ਜਾਂਦੀ ਹੈ ਗੱਲ। ਔਰ ਉੱਤੇ ਡੰਡੇ ਦੇ ਨਾਲ ਉਹਦੇ ਕੋਲ ਹਰ ਮਹੀਨੇ 'ਚ ਇੱਕ ਵਾਰ, ਹਰੇਕ 30 ਦਿਨਾਂ ਵਿੱਚ, ਉਹ ਡਰਾਈਵਰ ਦੀ ਮਰਜ਼ੀ ਹੈ ਕਿ ਉਹ 15 ਤਰੀਕ ਨੂੰ ਜਾਂ 20 ਤਰੀਕ ਨੂੰ ਜਾਂ 10 ਤਰੀਕ ਨੂੰ ਜਿਹੜਾ ਹੈ ਉਸ ਆਪਣੇ ਆਪ ਜਾ ਕੇ ਡਰਗ ਟੈਸਟ ਕਰਵਾਵੇ। ਔਰ ਇੱਕ ਵਾਰੀ ਅਗਰ ਦੁਬਾਰਾ ਫਿਰ ਪੋਜ਼ਿਟਿਵ ਆ ਜਾਂਦਾ ਤਾਂ ਉਹ ਪ੍ਰੋਗਰਾਮ ਫਿਰ ਉਨਾ ਹੀ ਅੱਗੇ ਲੰਬਾ ਹੋ ਜਾਂਦਾ, ਬਲਕਿ ਉਹਦੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਹੈਗੀਆਂ ਉਹ ਹੋਰ ਵੀ ਵੱਧ ਜਾਂਦੀਆਂ। ਸੋ ਇੱਕ ਵਾਰ ਡਰਗ ਟੈਸਟ ਪੋਜ਼ਿਟਿਵ ਆਉਣ ਤੋਂ ਬਾਅਦ ਡਰਾਈਵਰ ਜਿਹੜਾ ਆ ਉਹ 24 ਤੋਂ ਲੈ ਕੇ 6 ਮਹੀਨੇ ਤੱਕ ਬਿਲਕੁਲ ਵੀ ਡਰਗ ਨਹੀਂ ਕਰ ਸਕਦਾ, ਕਿਉਂਕਿ ਫਿਰ ਉਹਦਾ ਹਰ ਮਹੀਨੇ ਉਹਦਾ ਟੈਸਟ ਹੋਣਾ ਹੁੰਦਾ। ਔਰ ਅਗਰ ਉਸ ਤੋਂ ਬਾਅਦ ਪੋਜ਼ਿਟਿਵ ਆ ਜਾਂਦਾ ਤਾਂ ਡਰਾਈਵਰ ਨੇ ਲਗਭਗ, ਮੈਂ ਸਮਝਦਾ ਕਿ ਇਸ ਇੰਡਸਟਰੀ 'ਚੋਂ ਉਹਨੂੰ ਬਾਹਰ ਦਾ ਰਾਹ ਜਿਹੜਾ ਦੇਖਣਾ ਪੈਂਦਾ। ਸੋ ਡਰਗ ਟੈਸਟ ਪੋਜ਼ਿਟਿਵ ਇੱਕ ਮਹਿੰਗਾ ਬਹੁਤ ਹੈ। ਔਰ ਦੂਸਰੀ ਗੱਲ ਹੈ ਕਿ ਡਰਾਈਵਰ ਦੇ ਰੈਕਟ ਦੇ ਉੱਤੇ ਉਹਦੇ ਨੌਕਰੀ ਮਿਲਣ ਦੇ ਚਾਂਸਸ ਜਿਹੜੇ ਆ ਉਹ ਬਹੁਤ ਘਟ ਜਾਂਦੇ। ਬਿਲਕੁਲ, ਕਿਉਂਕਿ ਨੁਕਸਾਨ ਜਿਹੜਾ ਹੈ ਉਹਨੂੰ ਹੀ ਸਹਿਣਾ ਪਏਗਾ। ਬਿਲਕੁਲ ਠੀਕ ਹੈ, ਬਹੁਤ ਵੱਡਾ ਨੁਕਸਾਨ। ਬਿਲਕੁਲ, ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਹੜੇ ਸਰਕਾਰ ਵੱਲੋਂ ਇਹ ਜਿਹੜੇ ਨਿਯਮ ਹੁੰਦੇ ਨੇ ਉਹ ਬਹੁਤ ਸਖਤ ਬਣਾਏ ਜਾਂਦੇ ਨੇ ਤਾਂ ਜੋ ਟਰੱਕਿੰਗ ਇੰਡਸਟਰੀ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਇਆ ਜਾਏ। ਪਰ ਇਸ ਦੇ ਨਾਲ ਹੀ ਕੁਝ ਸਮਾਂ ਪਹਿਲਾਂ ਜੋ ਫੈਡਰਲ ਵੱਲੋਂ ਸ਼ੁਰੂ ਕੀਤਾ ਗਿਆ ਸੀ ਕਲੀਅਰਿੰਗ ਹਾਊਸਿੰਗ ਦਾ ਨਸ਼ੇ ਨੂੰ ਰੋਕਣ ਵਿੱਚ ਕੀ ਯੋਗਦਾਨ ਹੈ? ਹਾਂਜੀ, ਦੇਖੋ ਬਲਿੰਦਰ ਜੀ, ਉਹ ਬੜਾ ਵਧੀਆ ਪ੍ਰੋਗਰਾਮ ਡਿਜ਼ਾਈਨ ਕੀਤਾ ਫੈਡਰਲ ਨੇ। ਉਹਦਾ ਇਹ ਕਾਰਨ ਹੈ ਕਿ ਅੱਜ ਤੱਕ ਕੀ ਹੋ ਰਿਹਾ ਸੀ ਕਿ ਜਦੋਂ ਕੋਈ ਡਰਾਈਵਰ ਦਾ ਡਰਗ ਟੈਸਟ ਪੋਜ਼ਿਟਿਵ ਆਉਂਦਾ ਸੀ ਜੀ ਤਾਂ ਜਿਹੜੀ ਡਰਗ ਟੈਸਟਿੰਗ ਏਜੰਸੀ ਜਾਂ ਜਿਹੜੀ ਲੈਬ ਹੈਗੀ ਆ ਜਾਂ ਜਿਹੜਾ ਕੰਸੋਰਟੀਅਮ ਹੈ ਜਿਹੜਾ ਉਸ ਚੀਜ਼ ਨੂੰ ਸਾਰੀ ਨੂੰ ਹੈਂਡਲ ਕਰਦੀ, ਜਿਹੜੀ ਏਜੰਸੀ ਜਾਂ ਜਿਹੜੀ ਕੰਪਨੀ ਹੈ ਜਾਂ ਖੁਦ ਡਰਾਈਵਰ, ਇਸ ਚੀਜ਼ ਨੂੰ ਜਦੋਂ ਡਰਗ ਟੈਸਟ ਪੋਜ਼ਿਟਿਵ ਆ ਜਾਂਦਾ ਤੇ ਉਸ ਤੋਂ ਬਾਅਦ ਡਿਕਲੇਅਰ ਨਹੀਂ ਸੀ ਕੀਤਾ ਜਾਂਦਾ। ਉਹ ਰਿਪੋਰਟ ਲੈ ਕੇ ਉਹਨੂੰ ਪਾੜ ਦਿੱਤੀ ਜਾਂਦੀ ਸੀ। ਔਰ ਜਿਹੜਾ EMPLOYER ਆ ਉਹ ਡਰਾਈਵਰ ਨੂੰ ਪਿਆਰ ਨਾਲ ਕਹਿੰਦਾ ਸੀ ਕਿ ਭਾਈ ਤੇਰਾ ਡਰਗ ਟੈਸਟ ਜਿਹੜਾ ਉਹ ਪੋਜ਼ਿਟਿਵ ਆ ਗਿਆ, ਤੂੰ ਹੁਣ ਚਲ ਜਾ ਕਿਸੇ ਹੋਰ ਪਾਸੇ ਜਾ ਕੇ ਨੌਕਰੀ ਕਰ ਲੈ ਜੀ। ਇਸ ਕਰਕੇ ਜਾਂ ਉਹਦਾ ਦੁਬਾਰਾ ਡਰਗ ਟੈਸਟ ਨੈਗੇਟਿਵ ਕਰਵਾ ਕੇ ਹਫ਼ਤੇ 2 ਹਫ਼ਤੇ ਬਾਅਦ ਉਹਨੂੰ ਫਲੂਇਡ ਵੱਧ ਦੇ ਕੇ ਉਹ ਸਾਰਾ ਕੁਝ ਡਰੇਨ ਕਰਵਾ ਹੋ ਜਾਂਦਾ। 2-3 ਹਫ਼ਤੇ ਜਦੋਂ ਤੁਸੀਂ ਫਲੂਇਡ ਜ਼ਿਆਦਾ ਇਨਟੇਕ ਲੈਂਦੇ ਆ ਤੇ ਤੁਹਾਡੇ ਜਿਹੜੇ ਜੋ ਟ੍ਰੇਸਿਸ ਹੁੰਦੀਆਂ ਸਾਰੀਆਂ ਉਹ ਡਰੇਨ ਹੋ ਜਾਂਦੀਆਂ ਤੁਹਾਡੇ। ਔਰ ਉਸ ਤੋਂ ਬਾਅਦ ਜਦੋਂ ਵੀ ਨੈਗੇਟਿਵ ਡਰਗ ਟੈਸਟ ਦੁਬਾਰਾ ਆਉਂਦਾ ਤੇ ਫਿਰ ਉਹਨੂੰ ਦੁਬਾਰਾ ਹਾਇਰ ਕਰ ਲਿਆ ਜਾਂਦਾ ਸੀ ਜਾਂ ਉਹਨੂੰ ਪਿਆਰ ਨਾਲ ਕਹਿ ਦਿੱਤਾ ਜਾਂਦਾ ਸੀ ਕਿ ਤੂੰ ਫਲਾਨੀ ਕੰਪਨੀ ਵਿੱਚ ਚਲੇ ਜਾ ਜਾਂ ਕਿਸੇ ਹੋਰ ਕੰਪਨੀ ਵਿੱਚ ਜੌਬ ਕਰ ਲੈ, ਕਿਉਂਕਿ ਰੈਕਟ ਜਿਹੜਾ ਆ ਉਹਦੀ ਕੋਈ ਟ੍ਰੇਸਿਸ ਨਹੀਂ ਸੀ ਹੁੰਦੇ। ਰੈਕਟ ਜਿਹੜਾ ਆ ਕਿਤੇ ਵੀ ਫੋਲੋ ਨਹੀਂ ਸੀ ਹੁੰਦਾ ਜਾਂ ਉਹਦੀ ਟਰੈਕਿੰਗ ਨਹੀਂ ਸੀ। ਸੋ ਜਿਹੜਾ ਕਲੀਅਰਿੰਗ ਹਾਊਸ ਹੈ ਬੇਸਿਕਲੀ ਉਸ ਚੀਜ਼ ਨੂੰ ਟਰੈਕ ਕਰਨ ਵਾਸਤੇ ਬਣਾਇਆ ਗਿਆ। ਜਦੋਂ ਅਸੀਂ ਡਰਾਈਵਰ ਹਾਇਰ ਕਰਦੇ ਸੀ ਤਾਂ ਅਸੀਂ ਪਿਛਲੀ ਕੰਪਨੀ ਕੋਲੋਂ ਉਹਦਾ ਰੈਕਡ ਮੰਗਵਾਉਂਦੇ ਆ, ਉਹਦੀ ਵੈਰੀਫਿਕੇਸ਼ਨ ਕਰਵਾਉਂਦੇ ਆ, ਪ੍ਰੀ ਇੰਪਲੋਇਮੈਂਟ ਜਿਹੜੀ ਵੈਰੀਫਿਕੇਸ਼ਨ ਹੈਗੀ, ਪ੍ਰੀਵੀਅਸ ਇੰਪਲੋਇਮੈਂਟ ਜਿਹੜੀ ਵੈਰੀਫਿਕੇਸ਼ਨ ਹੈਗੀ ਉਹ ਕਰਵਾਉਂਦੇ ਆ, ਜਿਹਦੇ ਵਿੱਚ ਅਸੀਂ ਉਹਨਾਂ ਨੂੰ ਉਹਦੇ ਪਿਛਲੇ EMPLOYER ਨੂੰ ਪੁੱਛਣਾ ਹੁੰਦਾ ਕਿ ਇਹਦਾ ਡਰਗ ਪੋਜ਼ਿਟਿਵ ਤਾਂ ਨਹੀਂ ਆਇਆ। ਉਹਦੇ ਵਿੱਚ ਕਾਫੀ ਕੰਪਨੀ ਜਿਹੜੀਆਂ ਉਹ ਜਵਾਬ ਨਹੀਂ ਦਿੰਦੀਆਂ।
ਸੋ ਠੀਕ ਹੈ ਇੱਕ ਗੱਲ ਪਤਾ ਨਹੀਂ ਸੀ ਲੱਗਦੀ ਕਿ ਡਰਾਈਵਰ ਜਿਹੜਾ ਆ ਉਹ ਪੋਜ਼ਿਟਿਵ ਕਦੋਂ ਆਇਆ ਤੇ ਕਿੱਥੇ ਆਇਆ। ਪਰ ਹੁਣ ਗਵਰਨਮੈਂਟ ਨੇ ਇਹ ਲਾਅ ਬਣਾ ਕੇ ਸਾਰੇ ਡਰਾਈਵਰਸ ਦਾ ਜਿਹੜਾ ਡਾਟਾ ਆ ਉਹ ਇੱਕ ਸੈਂਟਰਲਾਈਜ਼ਡ ਪੂਲ ਕਰ ਦਿੱਤਾ ਹੈ। ਜਦ ਔਰ ਜੀ ਸਾਰੀਆਂ ਡਰਗ ਟੈਸਟਿੰਗ ਏਜੰਸੀਜ਼ ਨੂੰ, ਕੰਸੋਰਟੀਅਮਸ ਨੂੰ, ਟਰੱਕਿੰਗ ਕੰਪਨੀਆਂ ਨੂੰ ਔਰ ਲੈਬਸ ਨੂੰ ਇੱਕ ਜੀ ਖਾਸ ਹਦਾਇਤਾਂ ਦਿੱਤੀਆਂ ਆ ਕਿ ਜਦੋਂ ਵੀ ਤੁਹਾਡੇ ਡਰਾਈਵਰ ਦਾ ਡਰਗ ਟੈਸਟ ਪੋਜ਼ਿਟਿਵ ਆਉਂਦਾ ਤੇ ਤੁਸੀਂ ਉਸ ਕਲੀਅਰਿੰਗ ਹਾਊਸ ਨੂੰ ਰਿਪੋਰਟ ਕਰਨਾ। ਜੀ ਹੁਣ ਜਿਹੜਾ ਡਰਗ ਟੈਸਟ ਪੋਜ਼ਿਟਿਵ ਆਇਆ ਉਹਨੂੰ ਛੁਪਾਇਆ ਨਹੀਂ ਜਾ ਸਕਦਾ ਬਾਈ ਲਾ, ਪਹਿਲਾਂ ਛੁਪਾਇਆ ਜਾਂਦਾ ਸੀ। ਹੁਣ ਜਦੋਂ ਛੁਪਾਇਆ ਨਹੀਂ ਜਾਂਦਾ, ਉਸ ਕਲੀਅਰਿੰਗ ਹਾਊਸ ਨੂੰ ਰਿਪੋਰਟ ਕਰਨੀ ਹੈ ਤੇ ਉਹਨਾਂ ਨੇ ਜਿਹੜੇ ਕੈਰੀਅਰ ਹੈਗੇ ਜਾਂ ਟਰੱਕਿੰਗ ਕੰਪਨੀ, ਉਹਨਾਂ ਦੇ ਧੌਣ ਦੇ ਉੱਤੇ ਵੀ ਇੱਕ ਕਿਰਪਾਨ ਫਿਰ ਰੱਖੀ ਹੈ ਕਿ ਭਾਈ ਜਦੋਂ ਤੁਸੀਂ ਡਰਾਈਵਰ ਹਾਇਰ ਕਰਦੇ ਆ ਤੇ ਜਿਵੇਂ ਅੱਗੇ ਤੁਸੀਂ ਪ੍ਰੀਵੀਅਸ ਬੈਕਗ੍ਰਾਉਂਡ ਉਹਦੀ ਚੈੱਕ ਕਰਦੇ ਸੀ, ਹੁਣ ਉਹਨੂੰ ਉਹਦੀ ਕਲੀਅਰਿੰਗ ਹਾਊਸ ਵਿੱਚ ਜਾ ਕੇ ਤੁਸੀਂ ਚੈੱਕ ਕਰਨੀ ਹੈ। ਤੁਸੀਂ ਕਲੀਅਰਿੰਗ ਹਾਊਸ ਵਿੱਚ ਉਹਦਾ ਨਾਂ ਪਾ ਕੇ ਉਹਦਾ ਲਾਇਸੈਂਸ ਨੰਬਰ ਪਾ ਕੇ ਚੈੱਕ ਕਰਨਾ ਕਿ ਇਹ ਕਦੀ ਵੀ ਕਿਤੇ ਡਰਗ ਟੈਸਟ ਪੋਜ਼ਿਟਿਵ ਤਾਂ ਨਹੀਂ ਰਿਹਾ। ਉਹਦੇ ਨਾਲ ਨੁਕਸਾਨ ਕੀ ਹੈ ਕਿ ਜਦੋਂ ਹੁਣ ਕੋਈ ਵੀ ਡਰਾਈਵਰ ਪੋਜ਼ਿਟਿਵ ਆ ਜਾਂਦਾ ਜੀ ਤੇ ਉਹਦੀ ਇੱਕ ਵਾਰੀ ਕਲੀਅਰਿੰਗ ਹਾਊਸ ਨੂੰ ਰਿਪੋਰਟ ਹੋ ਜਾਂਦੀ ਹੈ ਤੇ ਫਿਰ ਉਹਦੇ ਕੋਲ ਕੋਈ ਵੀ ਆਪਸ਼ਨ ਨਹੀਂ ਹੈ ਝੂਠ ਬੋਲਣ ਦੀ। ਉਹਨੂੰ ਆਪਣੇ ਸੈਪ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰਨਾ ਹੀ ਕਰਨਾ ਪਏਗਾ। ਉਹਨੂੰ ਆਪਣਾ ਉਹ 36 ਮਹੀਨੇ ਦਾ ਜਾਂ 24 ਮਹੀਨੇ ਦਾ ਜੋ ਵੀ ਪ੍ਰੋਗਰਾਮ ਹੈ ਉਹ 'ਚ ਬਕਾਇਦਾ ਉਹਦੇ ਥਰੂ ਲੰਘਣਾ ਪਏਗਾ। ਉਹ ਸਾਰੇ ਪੈਸੇ ਖਰਚਣੇ ਪੈਣਗੇ ਔਰ ਉਹ ਸਾਰੇ ਪ੍ਰੋਸੈਸ ਨੂੰ ਕੰਪਲੀਟ ਕਰਨਾ ਉਹ ਜ਼ਰੂਰੀ ਹੈ। ਸੋ ਇਸ ਕਰਕੇ ਕਲੀਅਰਿੰਗ ਹਾਊਸ ਜਿਹੜਾ ਇੱਕ ਡਰਗ ਟੈਸਟ ਨੂੰ ਰੋਕਣ ਦੇ ਵਿੱਚ ਮੈਂ ਸਮਝਦਾ ਕਿ ਬਹੁਤ ਹੀ ਵੱਡਾ ਯੋਗਦਾਨ ਪਾਏਗਾ। ਜੀ ਬਿਲਕੁਲ ਟਾਂਡਾ ਸਾਹਿਬ, ਮੇਰੇ ਸਵਾਲਾਂ ਦਾ ਸਿਲਸਿਲਾ ਤਾਂ ਇਸੇ ਤਰ੍ਹਾਂ ਬਾਦਸਤੂਰ ਜਾਰੀ ਰਹੇਗਾ, ਪਰ ਹੁਣ ਅਸੀਂ ਇਸ ਪ੍ਰੋਗਰਾਮ ਦੇ ਅਗਲੇ ਹਿੱਸੇ ਵੱਲ ਵਧਦੇ ਹਾਂ, ਜੋ ਕਿ ਹੁਣ ਸਾਡੇ ਜਿਹੜੇ ਦਰਸ਼ਕ ਨੇ ਉਹ ਸਾਨੂੰ ਲਗਾਤਾਰ ਆਪਣੇ ਸਵਾਲ ਭੇਜਦੇ ਨੇ। ਉਹਨਾਂ ਦਾ ਵੀ ਜਵਾਬ ਅਸੀਂ ਤੁਹਾਡੇ ਤੋਂ ਲੈਣਾ ਚਾਹਾਂਗੇ ਔਰ ਮੈਂ ਚਾਹਾਂਗਾ ਕਿ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਹੁਣ ਤੁਹਾਡੇ ਜ਼ਰੀਏ ਦਿੱਤੇ ਜਾਣ। ਔਰ ਜਿਹੜਾ ਪਹਿਲਾ ਸਵਾਲ ਹੈ ਉਹ ਮੈਂਟੀਕਾ ਤੋਂ ਹਰਜਿੰਦਰ ਸਿੰਘ ਜੀ ਪੁੱਛ ਰਹੇ ਨੇ ਔਰ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਮੈਂ ਕਦੇ ਵੀ ਨਸ਼ੇ ਦਾ ਸੇਵਨ ਨਹੀਂ ਕੀਤਾ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਵੀ ਮੇਰਾ ਨਸ਼ਾ ਸੰਬੰਧੀ ਕੋਈ ਟੈਸਟ ਹੋਇਆ ਤਾਂ ਉਸ ਵਿੱਚ ਮੈਂ ਪੋਜ਼ਿਟਿਵ ਜ਼ਰੂਰ ਪਾਇਆ ਜਾਂਦਾ। ਉਹ ਕਾਫੀ ਹਾਸੋਹੀਣੀ ਇਹਨਾਂ ਨੇ ਗੱਲ ਕੀਤੀ ਹੈਗੀ ਹੈ। ਤਾਂ ਮੈਂ ਹਮੇਸ਼ਾ ਜਦੋਂ ਪੋਜ਼ਿਟਿਵ ਪਾਇਆ ਜਾਂਦਾ, ਇਸ ਦੇ ਕੀ ਕਾਰਨ ਹੋ ਸਕਦੇ ਨੇ ਅਤੇ ਮੈਂ ਕਿਵੇਂ ਇਸ ਤੋਂ ਆਪਣਾ ਬਚਾਅ ਕਰ ਸਕਦਾ, ਇਹ ਅਹਿਮ ਸਵਾਲ ਕੀਤਾ ਹੈਗਾ ਮੈਂਟੀਕਾ ਤੋਂ ਹਰਜਿੰਦਰ ਸਿੰਘ ਨੇ। ਔਰ ਕਿਉਂਕਿ ਅਸੀਂ ਸ਼ੁਰੂ ਤੋਂ ਹੀ ਨਸ਼ਿਆਂ ਦੀ ਗੱਲ ਕਰ ਰਹੇ ਹਾਂ ਤੇ ਸਵਾਲ ਵੀ ਨਸ਼ਾ ਸੰਬੰਧੀ ਸਾਡੇ ਸਾਹਮਣੇ ਆਇਆ। ਦੇਖੋ ਭਲਿੰਦਰ ਸਿੰਘ ਜੀ, ਇਹ ਗੱਲ ਕਿਸੇ ਹੱਦ ਤੱਕ ਸਹੀ ਹੈ ਔਰ ਸਾਡੇ ਕੋਲ ਅਕਸਰ ਇਦਾਂ ਦੇ ਕੇਸ ਆਉਂਦੇ ਆ ਕਿ ਡਰਾਈਵਰ ਬਿਲਕੁਲ ਵੀ ਨਸ਼ਾ ਨਹੀਂ ਕਰਦਾ, ਡਰਾਈਵਰ ਐਕਚੁਅਲੀ ਅੰਮ੍ਰਿਤਧਾਰੀ ਹੈ ਔਰ ਸਾਨੂੰ ਉਹਦੀ ਬੈਕਗ੍ਰਾਉਂਡ ਵੀ ਪਤਾ ਹੈ ਕਿ ਉਹ ਨਸ਼ਾ ਨਹੀਂ ਕਰ ਸਕਦਾ ਜਾਂ ਉਹਨੇ ਬਿਲਕੁਲ ਨਹੀਂ ਕੀਤਾ, ਪਰ ਉਹਦੇ ਬਾਵਜੂਦ ਵੀ ਡਰਗ ਟੈਸਟ ਜਿਹੜਾ ਆ ਉਹ ਪੋਜ਼ਿਟਿਵ ਆ ਗਿਆ ਜੀ। ਉਹ ਕੇਸ ਵਿੱਚ ਹੁੰਦਾ ਕਿ ਕਈ ਵਾਰੀ ਐਸੀਆਂ ਡਰੱਗਸ ਪ੍ਰੋਹਿਬਿਟਡ ਹੈਗੀਆਂ ਜਿਹੜੀਆਂ ਅਸੀਂ ਸਿਰਦਰਦੀਆਂ ਜਾਂ ਖਾਸ ਕਰਕੇ ਜਿਹੜੀਆਂ ਦਰਦ ਨਿਵਾਰਕ ਜਿਹਨਾਂ ਨੂੰ ਅਸੀਂ ਦਵਾਈਆਂ ਕਹਿੰਦੇ ਆ, ਉਹ ਕਾਫੀ ਜ਼ਿਆਦਾ ਜਦੋਂ ਅਸੀਂ ਹਾਈ ਡੋਜ਼ ਵਿੱਚ ਲੈ ਲੈਂਦੇ ਆ ਤਾਂ ਸਾਡਾ ਜਿਹੜਾ ਡਰਗ ਟੈਸਟ ਹੈ ਉਹ ਪੋਜ਼ਿਟਿਵ ਆ ਜਾਂਦਾ ਜੀ। ਜੇਕਰ ਉਹ ਡਰਗ ਟੈਸਟ ਜਿਹੜਾ ਜੇ ਤਾਂ ਉਹ ਪ੍ਰਿਸਕ੍ਰਿਪਸ਼ਨ ਦੇ ਉੱਤੇ ਦਵਾਈ ਖਾਧੀ ਗਈ ਹੈ ਕਿ ਜੇਕਰ ਤੁਹਾਡੇ ਕੋਲ ਬਕਾਇਦਾ ਉਸ ਚੀਜ਼ ਦੀ ਪ੍ਰਿਸਕ੍ਰਿਪਸ਼ਨ ਹੈ ਤਾਂ ਤੁਸੀਂ ਉਹਨੂੰ, ਮੇਰੀ ਹਰਜਿੰਦਰ ਸਿੰਘ ਉਹਨਾਂ ਨੂੰ ਇਹ ਬੇਨਤੀ ਹੈ ਕਿ ਉਹਨੂੰ, ਜੇਕਰ ਡਾਕਟਰ ਦੇ ਕੋਲ ਤੁਹਾਡੀ ਪ੍ਰਿਸਕ੍ਰਿਪਸ਼ਨ ਹੈ ਤਾਂ ਉਸ ਪ੍ਰਿਸਕ੍ਰਿਪਸ਼ਨ ਨੂੰ ਲਾ ਕੇ ਨਾਲ ਤੇ ਉਸ ਆਪਣੇ ਡਰਗ ਟੈਸਟ ਦਾ ਜਿਹੜਾ ਹੈਗਾ ਉਹਨੂੰ ਤੁਸੀਂ ਆਪਣੀ ਜੌਬ ਕਰ ਸਕਦੇ ਹੋ ਤੇ ਉਹ ਤੁਹਾਡਾ ਡਰਗ ਟੈਸਟ ਬੇਸ਼ੱਕ ਪੋਜ਼ਿਟਿਵ ਆ, ਪਰ ਜਦੋਂ ਤੁਹਾਡੇ ਕੋਲ ਪ੍ਰਿਸਕ੍ਰਿਪਸ਼ਨ ਹੈ ਤਾਂ ਉਹਦੀ ਅਸਰ ਹੈ ਉਹ ਇੰਨਾ ਖਤਰਨਾਕ ਨਹੀਂ ਰਹੇਗਾ। ਪਰ ਕਈ ਵਾਰ ਅਸੀਂ ਕੀ ਗਲਤੀ ਕਰਦੇ ਹਾਂ, ਖਾਸ ਕਰਕੇ ਸਾਡੇ ਜਿਹੜੇ ਪੰਜਾਬੀ ਵੀਰ ਹੈ ਉਹ ਅਕਸਰ ਉਹ ਇਸ ਚੀਜ਼ ਦੇ ਜਿਹੜੇ ਖਤਰਨਾਕ ਨਤੀਜੇ ਆ ਉਹਨਾਂ ਨੂੰ ਨਹੀਂ ਸਮਝ ਪਾਉਂਦੇ। ਜਿੱਦਾਂ ਪਰਿਵਾਰ ਦੇ ਵਿੱਚ, ਜਿਵੇਂ ਸਾਡੇ ਕੋਲ ਇੱਕ ਪਿੱਛੇ ਜਿਹੇ ਕੇਸ ਆਇਆ ਕਿ ਲੜਕੇ ਦੇ ਸ਼ਾਇਦ ਦਾੜ ਵਿੱਚ ਦਰਦ ਹੋਣ ਲੱਗ ਪਈ ਜਾਂ ਸਿਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋਣ ਲੱਗ ਪਈ, ਅੰਮ੍ਰਿਤਧਾਰੀ ਪਰਿਵਾਰ ਸੀ ਤੇ ਉਹਨਾਂ ਦੀ ਮਦਰ ਨੂੰ ਕੋਈ ਪ੍ਰਿਸਕ੍ਰਿਪਸ਼ਨ ਉਹਨਾਂ ਦੇ ਕੋਲ ਪਈ ਸੀ, ਕੋਈ ਬਹੁਤ ਜ਼ਿਆਦਾ ਉਹਨਾਂ ਦੇ ਮਦਰ ਨੂੰ ਦਰਦਾਂ ਦੀ ਰਹਿੰਦੀਆਂ ਸੀ ਤੇ ਡਾਕਟਰ ਨੇ ਕੋਈ ਮੋਰਫਿਨ ਵਗੈਰਾ ਉਹਨੂੰ ਮਦਰ ਨੂੰ ਜਿਹੜੀ ਸੀ ਉਹ ਪ੍ਰਸਕ੍ਰਾਈਬ ਕੀਤੀ ਸੀ ਬਕਾਇਦਾ। ਔਰ ਮਦਰ ਵੱਲੋਂ ਇਹ ਕਹਿਤਾ ਗਿਆ ਪੁੱਤ ਜੇ ਨਹੀਂ ਦਰਦ ਹਟਦੀ ਤੇ ਆਪ ਮੇਰੀ ਵਾਲੀ ਗੋਲੀ ਤੋਂ ਜਿਹੜੀ ਆ ਉਹ ਖਾ। ਸੋ ਨਾ ਮਦਰ ਨੂੰ ਪਤਾ ਸੀ ਨਾ ਬੇਟੇ ਨੂੰ ਪਤਾ ਸੀ ਕਿ ਇਹ ਮੋਰਫਿਨ ਹੈ। ਉਹਨਾਂ ਨੇ ਮੋਰਫਿਨ ਖਾ ਲਈ। ਬਾਈ ਚਾਂਸ ਬਦਕਿਸਮਤੀ ਨਾਲ 2-3 ਦਿਨ ਬਾਅਦ ਉਹਨਾਂ ਦਾ ਰੈਂਡਮ ਡਰਗ ਟੈਸਟ ਆ ਗਿਆ, ਜਿਹਦੇ ਆਪਾਂ ਪਿੱਛੇ ਹੁਣੇ ਜ਼ਿਕਰ ਕੀਤਾ। ਕੰਪਨੀ ਨੇ ਉਹਨੂੰ ਰੈਂਡਮ ਡਰਗ ਟੈਸਟ ਕਰਾਉਣ ਨੂੰ ਕਿਹਾ, ਪਰ ਕਿਉਂਕਿ ਉਹ ਡਰਗ ਨਹੀਂ ਸੀ ਖਾਂਦੇ, ਉਹਨਾਂ ਨੂੰ ਪਤਾ ਨਹੀਂ ਸੀ ਇਸ ਗੱਲ ਦਾ ਕਿ ਮੈਂ ਮੋਰਫਿਨ ਖਾ ਚੁੱਕਾ। ਉਹਨਾਂ ਨੇ, ਜੇਕਰ ਉਹਨਾਂ ਨੂੰ ਪਤਾ ਹੁੰਦਾ ਤੇ ਉਹ ਡਿਲੇ ਕਰ ਲੈਂਦੇ ਜਾਂ ਕੋਈ ਹੋਰ ਸੋਚਦੇ ਮੈਂ ਇਹਨੂੰ ਕਿਵੇਂ ਸੀ ਇਸ ਚੀਜ਼ ਨੂੰ ਬਚਾ ਕਰਨਾ ਹੈ, ਪਰ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ। ਔਰ ਦੂਸਰੀ ਗੱਲ, ਉਹਨਾਂ ਨੇ ਕਦੀ ਡਰਗ ਦਾ ਸੇਵਨ ਕੀਤਾ ਨਾ ਹੋਣ ਕਰਕੇ
ਉਹਨਾਂ ਨੇ ਜਾ ਕੇ ਡਰਗ ਟੈਸਟ ਜਦੋਂ ਕਰਵਾਇਆ ਤੇ ਡਰਗ ਟੈਸਟ ਪੋਜ਼ਿਟਿਵ ਆ ਗਿਆ। ਮੈਨੂੰ ਜੀ ਪਤਾ ਲੱਗਾ ਕਾਲ ਆਈ ਕਿ ਇਹਦਾ ਕੀ ਹੋ ਸਕਦਾ। ਮੈਂ ਉਹਨਾਂ ਨੂੰ ਬਿਲਕੁਲ ਬੇਨਤੀ ਕੀਤੀ ਕਿ ਬੇਸ਼ੱਕ ਮੈਂ ਸਮਝਦਾ ਕਿ ਤੁਹਾਡੀ ਬਦਕਿਸਮਤੀ ਹੈ, ਪਰ ਇਹਦੇ ਵਿੱਚ ਆਪਾਂ ਹੁਣ ਕੁਝ ਨਹੀਂ ਕਰ ਸਕਦੇ, ਆਪਾਂ ਨੂੰ ਸੈਪ ਪ੍ਰੋਗਰਾਮ ਜਿਹੜਾ ਉਹ ਲੈਣਾ ਹੀ ਪੈਣਾ। ਸੋ ਕਈ ਵਾਰ ਜੀ ਆਦਮੀ ਬਦਕਿਸਮਤੀ ਨਾਲ ਇਹੋ ਜਿਹੇ ਮੌਕਿਆਂ 'ਚ ਵੀ ਫੜਿਆ ਜਾਂਦਾ। ਮੇਰਾ ਖਿਆਲ ਹੈ ਇਹਨਾਂ ਦਾ ਵੀ ਸ਼ਾਇਦ ਕੋਈ ਇਹਦੇ ਨਾਲ ਰਲਦਾ ਮਿਲਦਾ ਕੇਸ ਹੋਏਗਾ। ਜੇਕਰ ਇਹ ਪ੍ਰਿਸਕ੍ਰਿਪਸ਼ਨ ਨਾਲ ਦਵਾਈ ਖਾਂਦੇ ਆ ਤੇ ਇਹਨਾਂ ਨੂੰ ਚਾਹੀਦਾ ਕਿ ਉਹ ਆਪਣੇ ਡਾਕਟਰ ਨਾਲ ਕੰਸਲਟ ਕਰਨ ਔਰ ਹੀ ਆਪਣੀ ਪ੍ਰਿਸਕ੍ਰਿਪਸ਼ਨ ਹੈ ਉਹਨੂੰ ਚੇਂਜ ਕਰਾਉਣ, ਜਿਹੜੀ ਤਾਂ ਕਿ ਉਹ ਡਰਗ ਟੈਸਟ ਪੋਜ਼ਿਟਿਵ ਵਿੱਚ ਨਾ ਆਵੇ। ਪਰ ਜੀ ਜੇਕਰ ਇਹ ਐਸੀ ਕੋਈ ਦਵਾਈ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੀ ਖਾ ਲੈਂਦੇ ਆ ਕਿਤੇ ਵਨਸ ਅ ਵਾਈਲ, ਜਿਹੜੀ ਜੀ ਉਹਨਾਂ ਨੂੰ ਨਹੀਂ ਪ੍ਰਸਕ੍ਰਾਈਬ, ਤਾਂ ਉਹਨਾਂ ਨੂੰ ਇਹ ਜਿਹੜੀ ਆਪਣੀ ਆਦਤ ਹੈ ਉਹ ਤੋਂ ਬਚਣਾ ਚਾਹੀਦਾ ਔਰ ਇਹ ਗਲਤੀ ਨਹੀਂ ਕਰਨੀ ਚਾਹੀਦੀ। ਜੀ ਸੋ ਹਰਜਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਆਪਣਾ ਸਵਾਲ ਭੇਜਣ ਦੇ ਲਈ, ਔਰ ਉਮੀਦ ਕਰਦੇ ਹਾਂ ਕਿ ਟਾਂਡਾ ਸਾਹਿਬ ਨੇ ਤੁਹਾਡਾ ਸਵਾਲ ਦਾ ਸਹੀ ਜਵਾਬ ਦਿੱਤਾ ਹੋਵੇਗਾ। ਔਰ ਜ਼ਰੂਰ ਅਸੀਂ ਅਪੀਲ ਕਰਾਂਗੇ ਉਹਨਾਂ ਪੰਜਾਬੀ ਭਰਾਵਾਂ ਨੂੰ ਵੀ, ਟਰੱਕ ਡਰਾਈਵਰਾਂ ਨੂੰ ਵੀ, ਜੋ ਕਿ ਬਿਨਾਂ ਸੋਚਿਆ ਸਮਝਿਆ ਕੋਈ ਵੀ ਮੈਡੀਸਨ ਖਾ ਲੈਂਦੇ ਨੇ, ਫਿਰ ਬਾਅਦ ਵਿੱਚ ਨਤੀਜੇ ਜਿਹੜੇ ਨੇ ਭਿਆਨਕ ਉਹਨਾਂ ਨੂੰ ਹੀ ਭੁਗਤਣੇ ਪੈਂਦੇ ਨੇ। ਸੋ ਅਗਲੇ ਸਵਾਲ ਵੱਲ ਚਲਦੇ ਹਾਂ ਟਾਂਡਾ ਸਾਹਿਬ, ਔਰ ਅਗਲਾ ਸਵਾਲ ਜਿਹੜਾ ਹੈਗਾ ਫਰੈਸਨੋ ਤੋਂ ਸਰਦਾਰ ਜਗਮੋਹਨ ਸਿੰਘ ਜੀ ਨੇ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਮੈਂ ਆਪਣਾ ਜਿਹੜਾ ਟ੍ਰੇਲਰ ਹੈਗਾ ਉਹ ਮੇਨ ਸਟੇਟ ਅਮਰੀਕਾ ਦੇ ਤੋਂ ਰਜਿਸਟਰ ਕਰਵਾਇਆ ਹੋਇਆ, ਪਰ ਮੈਂ ਰਹਿੰਦਾ ਕੈਲੀਫੋਰਨੀਆ ਸਟੇਟ ਵਿੱਚ ਹਾਂ। ਮੈਨੂੰ ਇੰਸਪੈਕਸ਼ਨ ਦੇ ਦੌਰਾਨ ਸਿਟੇਸ਼ਨ ਦਿੱਤੀ ਗਈ ਹੈ, ਉਹ ਵੀ ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ। ਮੇਰੀ ਮਦਦ ਕਰੋ ਅਤੇ ਦੱਸੋ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ। ਹਾਂਜੀ ਬਰਿੰਦਰ ਸਿੰਘ ਜੀ, ਇਹ ਵੀ ਇੱਕ ਬੜਾ ਕਾਮਨ ਜਿਹਾ ਸਵਾਲ ਸਾਡੇ ਕੋਲ ਅਕਸਰ ਆਉਂਦਾ ਹੈ, ਔਰ ਖਾਸ ਕਰਕੇ ਪਿਛਲੇ 1 ਸਾਲ ਤੋਂ 1.5 ਸਾਲ ਤੋਂ ਇਹ ਚੀਜ਼ ਕਾਫੀ ਵੱਧ ਗਈ ਹੈ। ਮੈਂ ਥੋੜੀ ਜਿਹੀ ਬੈਕਗਰਾਉਂਡ ਦੀ ਹੋਰ ਦੱਸਣਾ ਚਾਹੁੰਦਾ ਕਿ ਜਿਹੜੀ ਜੀ ਕੈਲੀਫੋਰਨੀਆ ਸਟੇਟ ਹੈ ਉਹਦੇ ਵਿੱਚ ਜਦੋਂ ਤੁਸੀਂ ਟ੍ਰੇਲਰ ਬਾਏ ਕਰਦੇ ਹੋ ਤੁਹਾਨੂੰ 8% ਜਿਹੜਾ ਹੈ ਉਹ ਸੇਲ ਟੈਕਸ ਦੇਣਾ ਪੈਂਦਾ। ਠੀਕ ਹੈ ਪਰ ਜੀ ਦੂਜੇ ਪਾਸੇ ਦੂਜਾ ਢੰਗ ਇਹ ਹੈ ਕਿ ਅਗਰ ਤੁਸੀਂ ਟ੍ਰੇਲਰ ਆਪਣਾ ਬਾਹਰ ਨੂੰ ਚਲਾਉਂਦੇ ਹੋ, ਇੰਟਰਸਟੇਟ ਦੇ ਉੱਤੇ ਰਨ ਕਰਦੇ ਹੋ, ਤਾਂ ਤੁਹਾਨੂੰ ਟੈਕਸ ਐਗਜ਼ੈਂਪਸ਼ਨ ਮਿਲ ਜਾਂਦੀ ਹੈ, ਜਿਹੜੀ ਕਿ ਤੁਹਾਨੂੰ ਬੋਰਡ ਆਫ ਵਹੀਕਲਾਈਜੇਸ਼ਨ ਜਿਹੜਾ ਹੈ ਉਹ ਕੰਡੀਸ਼ਨਲ ਟੈਕਸ ਐਗਜ਼ੈਂਪਸ਼ਨ ਦੇ ਦਿੰਦਾ ਹੈ, ਔਰ ਤੁਸੀਂ ਆਪਣਾ ਟ੍ਰੇਲਰ ਬਿਨਾਂ ਟੈਕਸ ਦਿੱਤੇ ਰਜਿਸਟਰ ਕਰਵਾ ਸਕਦੇ ਹੋ। ਪਰ ਉਹਦੇ ਵਿੱਚ ਸਾਲ ਜਾਂ 6 ਮਹੀਨੇ ਬਾਅਦ ਤੁਹਾਡੀ ਦੁਆਰਾ ਇੱਕ ਤੁਹਾਡਾ ਆਡਿਟ ਹੁੰਦਾ ਹੈ, ਔਰ ਜੀ ਉਸ ਆਡਿਟ ਦੇ ਵਿੱਚ ਤੁਹਾਨੂੰ ਇਹ ਗੱਲ ਪ੍ਰੂਵ ਕਰਨੀ ਪੈਂਦੀ ਹੈ ਕਿ ਅਸੀਂ ਜਿਹੜਾ ਟਰੱਕ ਆਪਣਾ ਪਹਿਲੇ 6 ਮਹੀਨੇ ਉਹਨੂੰ ਇੰਟਰਸਟੇਟ ਆਪਰੇਸ਼ਨ ਦੇ ਉੱਤੇ ਰਨ ਕੀਤਾ ਹੈ। ਕਈ ਵਾਰੀ ਸੱਜਣ ਜਿਹੜੇ ਹੈ ਉਸ ਹੈਸਲ ਤੋਂ ਬਚਣ ਲਈ ਉਹ ਟੈਕਸ ਐਗਜ਼ੈਂਪਸ਼ਨ ਦੇ ਸਾਰੀ ਜਿਹੜੀ ਸਿਰਦਰਦੀ ਆ ਉਹ ਤੋਂ ਬਚਣ ਵਾਸਤੇ ਮੇਨ ਸਟੇਟ ਜਿਹੜੀ ਪਲੇਟ ਲੈ ਲੈਂਦੇ ਆ, ਕਿਉਂਕਿ ਮੇਨ ਸਟੇਟ ਦੇ ਵਿੱਚ ਟੈਕਸ ਜਿਹੜਾ ਆ ਉਹ ਐਗਜ਼ੈਂਪਟ ਹੈਗਾ, ਟ੍ਰੇਲਰ ਦੇ ਉੱਤੇ ਟੈਕਸ ਨਹੀਂ ਪੈਂਦਾ। ਜੀ ਸੋ ਜਦੋਂ ਉੱਥੇ ਟੈਕਸ ਐਗਜ਼ੈਂਪਸ਼ਨ ਵਾਸਤੇ ਮੇਨ ਸਟੇਟ ਤੋਂ ਪਲੇਟ ਲੈ ਜਾਂਦੇ ਆ, ਤਾਂ ਟੈਕਨੀਕਲੀ ਜਿਹੜੀ ਕੈਲੀਫੋਰਨੀਆ ਸਟੇਟ ਆ ਉਹਦਾ ਟੈਕਸ ਜਿਹੜਾ ਉਹ ਮਾਰਿਆ ਜਾਂਦਾ। ਇੱਕ ਆਦਮੀ ਕੈਲੀਫੋਰਨੀਆ ਚ ਅਗਰ ਉਹ 50,000 ਦਾ ਟ੍ਰੇਲਰ ਲੈਂਦਾ ਤਾਂ ਟੈਕਨੀਕਲੀ ਜੀ ਕੈਲੀਫੋਰਨੀਆ ਸਟੇਟ ਨੂੰ 4,000 ਦੇ ਕਰੀਬ ਟੈਕਸ ਆਉਣਾ ਹੁੰਦਾ। ਪਰ ਜਦੋਂ ਅਸੀਂ ਨਹੀਂ ਟੈਕਸ ਪੇ ਕਰਦੇ, ਅਸੀਂ ਮੇਨ ਸਟੇਟ ਦੇ ਵਿੱਚ ਜਾ ਕੇ ਆਪਣਾ ਟ੍ਰੇਲਰ ਜਿਹੜਾ ਹੈ ਉਹ ਰਜਿਸਟਰ ਕਰਵਾਉਂਦੇ ਆ, ਤੇ ਕੈਲੀਫੋਰਨੀਆ ਜਦੋਂ ਸਰਕਾਰ ਦਾ ਟੈਕਸ ਮਰਦਾ ਤਾਂ ਟੈਕਸ ਜੀ ਕੈਲੀਫੋਰਨੀਆ ਸਰਕਾਰ ਦਾ ਸਟ੍ਰਿਕਟ ਹੋਣਾ ਜਾਂ ਉਹਨਾਂ ਦਾ ਨਾਰਾਜ਼ ਹੋਣਾ ਜਾਂ ਉਹਨਾਂ ਦਾ ਇਸ ਮਾਮਲੇ ਦੀ ਇੰਸਪੈਕਸ਼ਨ ਕਰਨੀ ਜਾਂ ਸਾਈਟੇਸ਼ਨ ਦੇਣੀ ਬੜੀ ਉਹ ਸੁਭਾਵਿਕ ਹੈ। ਸੋ ਅੱਜ ਜੀ ਕੱਲ ਖਾਸ ਕਰਕੇ ਪਿਛਲੇ ਸਾਲ 2 ਸਾਲ ਤੋਂ ਅਕਸਰ ਜਦੋਂ ਅਸੀਂ ਪੋਰਟ ਆਫ ਐਂਟਰੀ ਤੇ ਕੈਲੀਫੋਰਨੀਆ ਚ ਇੰਟਰ ਕਰਦੇ ਹਾਂ, ਤਾਂ ਜੇਕਰ ਜੀ ਕੰਪਨੀ ਦੀ ਆਪਣੇ ਨਾਂ ਦੀ ਪਲੇਟ, ਖਾਸ ਜਿਵੇਂ ਮੈਂ ਐਗਜ਼ਾਮਪਲ ਦੇਣ ਦੇ ਮਿਸਾਲ ਦੇ ਤੌਰ ਤੇ ਤੁਹਾਨੂੰ ਦੱਸ ਦਿੰਦਾ ਕਿ ਮੇਰੀ ਕੰਪਨੀ ਦਾ ਨਾਮ ABC ਟਰੱਕਿੰਗ ਹੈ, ਕੈਲੀਫੋਰਨੀਆ ਜੀ ਵਿੱਚ ਉਹ ਰਜਿਸਟਰਡ ਹੈ। ਅਗਰ ਮੇਰੇ ਟ੍ਰੇਲਰ ਦੀਆਂ ਪਲੇਟਾਂ ਵੀ ABC ਟਰੱਕਿੰਗ ਦੇ ਨਾਂ ਦੇ ਉੱਤੇ ਹਨ, ਤਾਂ ਉਹ ਪਲੇਟਾਂ ਮੇਨ ਸਟੇਟ ਦੀਆਂ ਹਨ। ਤਾਂ ਇਹ ਕੁਐਸਚਨ ਬਣਦਾ ਹੈ ਕਿ ਭਾਈ ABC ਟਰੱਕਿੰਗ ਕੰਪਨੀ ਜਿਹੜੀ ਤੁਹਾਡੀ ਕੈਲੀਫੋਰਨੀਆ ਦੀ ਰਜਿਸਟਰਡ ਹੈ, ਫਿਰ ਤੁਸੀਂ ਮੇਨ ਦੇ ਵਿੱਚ ਜਾ ਕੇ ਕਿਉਂ ਆਪਣੇ ਟ੍ਰੇਲਰ ਨੂੰ ਰਜਿਸਟਰ ਕਰਵਾਇਆ? ਕਿਉਂਕਿ ਤੁਹਾਡੀ ਕੰਪਨੀ ਜਿਹੜੀ ਉਹ ਕੈਲੀਫੋਰਨੀਆ ਦੀ ਹੈ। ਸੋ ਤੁਸੀਂ ਸਾਈਟੇਸ਼ਨ ਭਰੋ, ਉਹ 400 ਤੋਂ ਲੈ ਕੇ $800 ਤੱਕ ਦੀ ਸਾਈਟੇਸ਼ਨ ਜਿਹੜੀ ਮਿਲ ਜਾਂਦੀ ਹੈ। ਸੋ ਮੇਰੀ ਹੁਣ ਉਹਨਾਂ ਨੂੰ ਇਹ ਬੇਨਤੀ ਹੈ ਕਿ ਉਹ ਜਿੰਨੀ ਜਲਦੀ ਹੋ ਸਕਦਾ, ਜੇਕਰ ਉਹਨਾਂ ਦਾ ਟਰੱਕ ਜਿਹੜਾ ਟ੍ਰੇਲਰ ਹੈ ਪੇਡ ਆਫ ਹੈ, ਤਾਂ ਉਹਦਾ ਟਾਈਟਲ ਦੁਬਾਰਾ ਇੱਥੇ ਕੈਲੀਫੋਰਨੀਆ DMV ਵਿੱਚ ਲੈ ਜਾ ਕੇ ਉਹਨੂੰ ਕੈਲੀਫੋਰਨੀਆ ਦਾ ਜਿਹੜਾ ਉਹਦੀ ਰਜਿਸਟ੍ਰੇਸ਼ਨ ਕਰਵਾਈ ਜਾਵੇ, ਕੈਲੀਫੋਰਨੀਆ ਉਹਦੀ ਟਾਈਟਲਿੰਗ ਕਰਵਾਈ ਜਾਵੇ। ਜੇਕਰ ਉਹ ਬੈਂਕ ਓਨਡ ਹੈ ਤਾਂ ਫਿਰ ਬੈਂਕ ਨੂੰ ਰਿਕੁਐਸਟ ਕਰਕੇ ਉਹ ਆਪਣੇ ਜਿਹੜੇ ਵੀ ਏਜੰਟ ਕੋ ਕੰਮ ਕਰਵਾਉਂਦੇ ਹਨ ਜਾਂ DMV ਨੂੰ ਡਾਇਰੈਕਟ ਟਾਈਟਲ ਜਿਹੜੀ ਉਹ ਬੈਂਕ ਭੇਜੇਗੀ ਔਰ ਕੈਲੀਫੋਰਨੀਆ ਵਿੱਚ ਰਜਿਸਟਰ ਕਰਵਾਏਗੀ। ਜੇਕਰ 1 ਸਾਲ ਤੋਂ ਉੱਪਰ ਇਸ ਚੀਜ਼ ਨੂੰ ਹੋ ਚੁੱਕਾ ਹੈ ਤਾਂ ਉਹਦਾ ਟੈਕਸ ਜਿਹੜਾ ਉਹ ਨਹੀਂ ਦੇਣਾ ਪਏਗਾ। ਜੇਕਰ 1 ਸਾਲ ਤੋਂ ਘੱਟ ਹੈ ਤਾਂ ਉਹਨਾਂ ਨੂੰ ਦੁਬਾਰਾ ਟੈਕਸ ਪੇ ਕਰਨਾ ਪਏਗਾ, ਔਰ ਜਿਹੜੀ ਆਪਣੀ ਸਾਈਟੇਸ਼ਨ ਹੈ ਉਹਨੂੰ ਕਲੀਅਰ ਇਸੇ ਤਰ੍ਹਾਂ ਹੋ ਸਕਦਾ। ਅਦਰਵਾਈਜ਼ ਜਿਹੜੀ ਹੈ ਇਹ ਸਾਈਟੇਸ਼ਨ ਇਸੇ ਤਰ੍ਹਾਂ ਰਹੇਗੀ ਔਰ ਉਹਨਾਂ ਨੂੰ ਜਿਹੜੀ ਜੋ ਵੀ ਉਹਦੀ ਅਮਾਊਂਟ ਹੈ ਜੁਰਮਾਨੇ ਦੀ ਉਹ ਭਰਨੀ ਪਏਗੀ। ਠੀਕ ਹੈ ਟਾਣਾ ਸਾਹਿਬ, ਇੱਕ ਹੋਰ ਅਗਲਾ ਸਵਾਲ ਵੀ ਅਸੀਂ ਲੈ ਲੈਂਦੇ ਹਾਂ। ਯੂਬਾ ਸਿਟੀ ਤੋਂ ਹਰਜੀਤ ਸਿੰਘ ਨੇ, ਉਹਨਾਂ ਨੇ ਸਵਾਲ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਮੈਂ ਆਪਣੇ ਬੇਟੇ ਨੂੰ ਟਰੱਕ ਇੰਡਸਟਰੀ ਵਿੱਚ ਪਾਉਣਾ ਚਾਹੁੰਦਾ, ਔਰ ਮੈਂ ਚਾਹੁੰਦਾ ਕਿ ਮੇਰਾ ਜਿਹੜਾ ਬੇਟਾ ਹੈਗਾ
ਉਹ ਟਰੱਕ ਚਲਾਉਣਾ ਸਿੱਖੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਲ ਇਹ ਹੈ ਕਿ ਕਿਹੜੇ ਜਿਹੜਾ ਲਰਨਿੰਗ ਸਕੂਲ ਹੈ ਉਸ ਦੀ ਚੋਣ ਕਿਵੇਂ ਕੀਤੀ ਜਾਏ ਅਤੇ ਫਿਰ ਲਰਨਿੰਗ ਸਕੂਲ ਦੀ ਫੀਸ ਕੀ ਹੋ ਸਕਦੀ ਹੈ, ਟਰੱਕ ਜਿਹੜੇ ਸਿਖਾਉਂਦੇ ਨੇ ਉਸਦੀ ਫੀਸ ਕਿੰਨੀ ਕੁ ਹੋ ਸਕਦੀ ਹੈ? ਦੇਖੋ, ਜਿਹੜੇ ਸਾਡੇ ਪੰਜਾਬੀ ਭਾਈਚਾਰੇ ਦੇ ਟਰੱਕ ਸਕੂਲ ਹੈ ਉਹ ਆਲਮੋਸਟ ਹਰ ਸ਼ਹਿਰ ਵਿੱਚ ਅੱਜਕੱਲ ਸਕੂਲ ਹੈ, ਸਟਾਕਟਨ ਵਿੱਚ, ਸੈਕਰਾਮੈਂਟੋ, ਜੂਬਾ ਸਿਟੀ। ਦੇਖੋ, ਇਸ ਤਰ੍ਹਾਂ ਦਾ ਕੋਈ ਅਥੈਂਟਿਕ ਤਰੀਕਾ ਨਹੀਂ ਹੈ ਕਿ ਕਿਸ ਤਰ੍ਹਾਂ ਚੂਜ਼ ਕੀਤਾ ਜਾਵੇ ਸਕੂਲ। ਮੇਰੇ ਖਿਆਲ ਨਾਲ ਅੱਜਕੱਲ ਜਿਹੜਾ ਸਭ ਤੋਂ ਬੈਸਟ ਤਰੀਕਾ ਹੈਗਾ ਕਿ ਉਹਨਾਂ ਦੇ ਰਿਵਿਊ ਪੜ੍ਹੇ ਜਾਣ ਆਨਲਾਈਨ ਗੂਗਲ ਦੇ ਉੱਤੇ ਜਾ ਕੇ। ਔਰ ਜਿਹੜੇ ਸਾਡੇ ਜਿਹੜਾ ਭਾਈਚਾਰੇ ਜਿਹੜੇ ਸਕੂਲ ਆ ਉਹਨਾਂ ਦਾ ਰੇਟ ਜਿਹੜਾ ਹੈਗਾ ਉਹ 1200 ਤੋਂ ਲੈ ਕੇ 1500 ਦੇ ਕਰੀਬ ਹੈਗਾ ਆ। ਨਾਰਮਲੀ ਮਾਰਕੀਟ ਦੇ ਵਿੱਚ $1400-1500 ਦੇ ਵਿੱਚ ਸਿਖਾਇਆ ਜਾਂਦਾ। ਪਰ ਮੈਂ ਇੱਕ ਗੱਲ ਇਹ ਵੀ ਨਾਲ ਕਹਿਣੀ ਜ਼ਰੂਰ ਵਾਜਿਬ ਸਮਝਦਾ ਔਰ ਆਪਣੀ ਜ਼ਿੰਮੇਵਾਰੀ ਸਮਝਦਾ ਕਿ ਸਾਡੇ ਜਿਹੜੇ ਪੰਜਾਬੀ ਟਰੱਕ ਸਕੂਲ ਹੈ ਉਹਨਾਂ ਦਾ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਹੈ ਉਸ ਲੈਵਲ ਦਾ ਨਹੀਂ ਹੈ ਜਿਸ ਲੈਵਲ ਦਾ ਅਮਰੀਕਨ ਸਕੂਲ ਦਾ ਹੈ। ਜਿਹੜੀ ਅਮਰੀਕਨ ਕਮਿਊਨਿਟੀ ਸਕੂਲ ਰਨ ਕਰਦੀ ਹੈ ਉਹਦਾ ਜਿਹੜਾ ਨਾਰਮਲ ਰੇਟ ਹੈਗਾ ਉਹ 3500 ਤੋਂ ਲੈ ਕੇ 5000 ਦੇ ਕਰੀਬ ਹੁੰਦਾ ਹੈ। ਪਰ ਉਹ ਡਰਾਈਵਰ ਦੀਆਂ ਜਿਹੜੀਆਂ ਟ੍ਰੇਨਿੰਗਸ ਹੈਗੀਆਂ ਉਹ ਬਹੁਤ ਕਮਾਲ ਦੀਆਂ ਹੁੰਦੀਆਂ। ਉਹਨਾਂ ਨੂੰ ਜਿਹੜੀ ਔਨ ਦਾ ਵੀਲ ਟ੍ਰੇਨਿੰਗ ਹੈਗੀ ਆ, ਪਲੱਸ ਉਹਨਾਂ ਦੀ ਕਲਾਸਰੂਮ ਦੀ ਟ੍ਰੇਨਿੰਗ ਹੈ, ਉਹ ਬਕਾਇਦਾ 2-3 ਮਹੀਨੇ ਲੈਂਦੇ ਆ ਔਰ 2-3 ਮਹੀਨੇ ਲੈਣ ਤੋਂ ਬਾਅਦ ਪੂਰੀ ਮਿਹਨਤ ਕਰਦੇ ਆ ਔਰ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਡਰਾਈਵਰ ਨੂੰ ਟ੍ਰੇਨਦੇ ਆ। ਸੋ ਇਹਨਾਂ ਦੀ ਚੁਆਇਸ ਹੈ ਕਿੱਧਰ ਖਰਚਣਾ ਚਾਹੁੰਦੇ ਆ। ਪਰ ਮੇਰੀ ਹਰ ਇੱਕ ਪੰਜਾਬੀ ਭਰਾ ਨੂੰ ਇਹ ਰਿਕਮੈਂਡੇਸ਼ਨ ਹੈ ਕਿ ਔਰ ਇਹ ਮੇਰੀ ਬੇਨਤੀ ਵੀ ਹੈ ਕਿ ਉਹ ਬਕਾਇਦਾ ਕਿਸੇ ਪ੍ਰੋਪਰ ਸਕੂਲ ਤੋਂ ਉਹਨਾਂ ਦਾ ਸਿਸਟਮ ਜਾ ਕੇ ਜ਼ਰੂਰ ਚੈੱਕ ਕਰਨ ਕਿ ਉਹ ਕਿੰਨੇ ਘੰਟੇ ਦੀ ਜਿਹੜੀ ਹੈਗੀ ਆ ਆਪਣੀ ਕਲਾਸਰੂਮ ਦੀ ਟ੍ਰੇਨਿੰਗ ਦਿੰਦੇ ਆ, ਲੌਗ ਬੁੱਕ ਦੀ ਟ੍ਰੇਨਿੰਗ ਕਿਵੇਂ ਦਿੰਦੇ ਆ ਔਰ ਟਰੱਕ ਦੀ ਟ੍ਰੇਨਿੰਗ ਦਾ ਉਹਨਾਂ ਦਾ ਕੀ ਸਿਸਟਮ ਹੈਗਾ। ਜੇਕਰ ਸਿਰਫ ਪੈਸਾ ਹੀ ਕ੍ਰਾਈਟੇਰੀਆ ਕਿ ਫਲਾਨਾ ਆਦਮੀ 1500 ਲੈ ਰਿਹਾ, ਫਲਾਨਾ 1200 ਲੈ ਰਿਹਾ, ਤਾਂ ਮੈਂ ਸਮਝਦਾ ਇਹ ਕੋਈ ਬਹੁਤ ਵਧੀਆ ਕ੍ਰਾਈਟੇਰੀਆ ਨਹੀਂ। ਜਦ ਕਿ ਮੋਟੇ ਵਿੱਚ ਅਸੀਂ ਇਸੇ ਤਰ੍ਹਾਂ ਕਰਦੇ ਹਾਂ। ਸਕੂਲ ਵਾਲਿਆਂ ਦੀ ਵੀ ਕਿਸੇ ਹੱਦ ਤੱਕ ਇਹ ਮਜਬੂਰੀ ਹੈ ਕਿ ਜਦੋਂ ਉਹਨਾਂ ਨੇ ਪੈਸਾ ਘਟਾਉਣ ਦੇ ਮੁੱਦੇ ਉੱਤੇ ਹੀ ਐਡਮਿਸ਼ਨ ਲੈਣਾ ਆ ਤੇ ਉਹਨਾਂ ਦੀ ਟ੍ਰੇਨਿੰਗ ਜਿਹੜੀ ਹੈ ਉਹ ਆਟੋਮੈਟਿਕਲੀ ਉਸ ਲੈਵਲ ਦੀ ਨਹੀਂ ਰਹਿੰਦੀ, ਕਿਉਂਕਿ ਜਦੋਂ ਹਰ ਬੱਚੇ ਨੇ ਚੀਪ ਸਕੂਲ ਦੀ ਡਿਮਾਂਡ ਕਰਨੀ ਹੈ, ਚੀਪ ਕੋਰਸ ਦੀ ਡਿਮਾਂਡ ਕਰਨੀ ਹੈ ਤੇ ਉਹਨਾਂ ਦਾ ਉਸ ਪ੍ਰੋਗਰਾਮ ਨੂੰ ਸਕਵੀਜ਼ ਕਰਨਾ ਜਾਂ ਉਸ ਪ੍ਰੋਗਰਾਮ ਨੂੰ ਘਟਾਉਣਾ, ਉਹਦਾ ਲੈਵਲ ਨੂੰ ਘਟਾਉਣਾ ਸਕੂਲ ਦੀ ਵੀ ਕਿਸੇ ਹੱਦ ਤੱਕ ਮਜਬੂਰੀ ਹੋ ਜਾਂਦਾ। ਪਰ ਸਾਨੂੰ ਇਹ ਚਾਹੀਦਾ ਕਿ ਅਸੀਂ ਜਦੋਂ ਟ੍ਰੇਨਿੰਗ ਲੈਂਦੇ ਹਾਂ ਕਿ ਪ੍ਰੋਪਰ 4 ਪੈਸੇ ਵਧੀਆ ਖਰਚੀਏ ਤਾਂ ਕਿ ਜਿਹੜੀ ਅਸੀਂ ਪ੍ਰੋਪਰ ਵਧੀਆ ਟ੍ਰੇਨਿੰਗ ਲੈ ਸਕੀਏ। ਔਰ ਮੇਰੀ ਸਕੂਲਾਂ ਵਾਲਿਆਂ ਨੂੰ ਵੀ ਹਮੇਸ਼ਾ ਇਹ ਬੇਨਤੀ ਹੁੰਦੀ ਹੈ ਕਿ ਪੈਸੇ 1500 ਦੀ ਬਜਾਏ ਬੇਸ਼ੱਕ 4-4000 ਲਓ, ਪਰ ਆਪਣਾ ਜਿਹੜਾ ਹੈਗਾ ਆ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਆ ਉਹ ਬਹੁਤ ਹੀ ਵਧੀਆ ਤਰੀਕੇ ਦਾ ਡਿਜ਼ਾਈਨ ਕੀਤਾ ਜਾਵੇ। ਬਿਲਕੁਲ, ਟ੍ਰੇਨਿੰਗ ਵਧੀਆ ਹੋਏਗੀ ਤਾਂ ਤੁਹਾਡਾ ਭਵਿੱਖ ਵੀ ਉਜਵਲ ਰਹੇਗਾ। ਬਹੁਤ ਬਹੁਤ ਸ਼ੁਕਰੀਆ ਟਾਂਡਾ ਸਾਹਿਬ, ਕਿਉਂਕਿ ਅੱਜ ਦੇ ਸਵਾਲਾਂ ਜਵਾਬਾਂ ਦਾ ਸਿਲਸਿਲਾ ਸਾਨੂੰ ਇੱਥੇ ਹੀ ਖਤਮ ਕਰਨਾ ਪਏਗਾ ਕਿਉਂਕਿ ਸਮੇਂ ਦੀ ਵੀ ਸਾਨੂੰ ਪਾਬੰਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਸਾਨੂੰ ਜੁਆਇਨ ਕਰਨ ਦੇ ਲਈ ਪ੍ਰੋਗਰਾਮ ਨਾਰਥ ਅਮਰੀਕਨ ਟਰੱਕਿੰਗ ਸ਼ੋਅ ਵਿੱਚ। ਸੋ ਅਗਲੇ ਹਫਤੇ ਫਿਰ ਤੁਹਾਡਾ ਔਰ ਤੁਹਾਡੀ ਸਾਰੀ ਟੀਮ ਦਾ, ਸੁਣਨ ਵਾਲੇ ਸਾਰੇ ਦਰਸ਼ਕਾਂ ਦਾ, ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਔਰ ਆਸ ਕਰਦਾ ਕਿ ਅਸੀਂ ਜੋ ਵੀ ਇਹ ਟਾਈਮ ਅਸੀਂ ਉਹਨਾਂ ਵਾਸਤੇ ਲਾਉਨੇ ਆ ਉਹ ਇਹਦਾ ਜ਼ਰੂਰ ਫਾਇਦਾ ਲੈਣ। ਔਰ ਜੇਕਰ ਕਿਸੇ ਵੀ ਟਰੱਕਿੰਗ ਇੰਡਸਟਰੀ ਵਿੱਚ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ, ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਜਦੋਂ ਵੀ ਕਿਸੇ ਸੱਜਣ ਨੂੰ ਕੋਈ ਵੀ ਲੋੜ ਆ ਕਦੀ ਵੀ ਮੇਰੇ ਆਫਿਸ ਵਿੱਚ ਕਾਲ ਕਰ ਸਕਦੇ ਆ ਜਾਂ ਮੈਨੂੰ ਮੇਰੇ ਸੈੱਲ ਫੋਨ ਤੇ ਕਾਲ ਕਰ ਸਕਦੇ ਆ, ਮੈਨੂੰ ਈਮੇਲ ਭੇਜ ਸਕਦੇ ਆ, ਮੇਰੇ ਫੇਸਬੁੱਕ ਪੇਜ ਤੇ ਰਜਿੰਦਰ ਸਿੰਘ ਟਾਂਡਾ ਦੇ ਉੱਤੇ ਕਦੀ ਵੀ ਕੰਟੈਕਟ ਕਰ ਸਕਦੇ ਆ। ਮੈਂ ਹਮੇਸ਼ਾ ਤਾਬਿਆਦਾਰ ਹਾਂ ਔਰ ਹਮੇਸ਼ਾ ਜ਼ਿੰਮੇਵਾਰੀ ਦੇ ਨਾਲ ਇਸ ਇੰਡਸਟਰੀ ਦੀ ਸੇਵਾ ਕਰਨ ਵਾਸਤੇ ਹਮੇਸ਼ਾ ਤੋਂ ਰੈਡੀ ਹਾਂ। ਸੋ ਬਹੁਤ ਬਹੁਤ ਸ਼ੁਕਰੀਆ। ਔਰ ਜੇਕਰ ਤੁਸੀਂ ਆਪਣੇ ਸਵਾਲ ਇਸ ਪ੍ਰੋਗਰਾਮ ਦੇ ਜ਼ਰੀਏ ਪੁੱਛਣਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਲਿਖ ਭੇਜੋ। ਮੇਰਾ ਫੇਸਬੁੱਕ ਪੇਜ ਹੈ @bhalandar_official ਅਤੇ ਮੇਰਾ ਫੋਨ ਨੰਬਰ ਹੈ, ਤੁਸੀਂ ਮੇਰਾ ਫੋਨ ਨੰਬਰ ਨੋਟ ਕਰ ਲਓ ਅਤੇ WhatsApp ਵੀ ਕਰ ਸਕਦੇ ਹੋ, ਕਾਲ ਵੀ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ +1 209 275 3038 ਯਾਨੀ ਕਿ +1 209 275 3038 ਅਤੇ ਸਾਡਾ ਈਮੇਲ ਐਡਰੈਸ ਹੈ info@cktimetv.com। ਫਿਲਹਾਲ ਇਸ ਸ਼ੋਅ ਵਿੱਚ ਬਸ ਨਹੀਂ, ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਨਾਰਥ ਅਮਰੀਕਾ ਦੇ ਨਾਲ। ਧੰਨਵਾਦ।